ਕੰਮ ਤੇ ਰਖਾਇਆ ਸੀਗਾ। ਚਲੋ ਗਰੀਬੀ ਹੈ, ਆਪਣੇ 4 ਪੈਸੇ ਆਉਣਗੇ, ਕੋਈ ਮਾੜਾ ਮੋਟਾ ਘਰ ਤੇ ਛੱਤ ਪੈ ਜੇ। ਇਹ ਕਹਿੰਦੇ ਕਿ ਘਰ ਦੀ ਗਰੀਬੀ ਹੈ ਜੀ। 4 ਜਣੇ ਘਰ ਦੇ ਕੰਮ ਕਰਦੇ ਹੋਣ ਤੇ ਘਰ ਦੀ ਛੱਤ ਨਾ ਪਵੇ, ਉਹਦੇ ਵਿੱਚ ਕੁਝ ਨਾ ਕੁਝ ਤਾਂ ਗੱਲ ਹੋਊਗੀ। ਸਾਨੂੰ ਪੈਸੇ ਵੀ ਨਹੀਂ ਦਿੱਤੇ, 5-7 ਹਜ਼ਾਰ ਰੁਪਇਆ ਦਿੱਤਾ ਸੀਗਾ। ਉਹ ਤੋਂ ਬਾਅਦ ਸਾਨੂੰ ਪੈਸਾ ਨਹੀਂ ਕੋਈ ਵੀ ਮਿਲਿਆ, ਨਾ ਕੁੜੀ ਦਿੱਤੀ। ਉਸ ਬੰਦੇ ਨੂੰ ਕਹੋ ਆਪਣੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਗੁਰਦੁਆਰੇ ਮੈਂ ਵੀ ਕਸਮ ਚੱਕ ਲੂੰ, ਕਸਮ ਚੱਕ ਲਾ ਕਿ ਤੂੰ ਮੇਰੇ ਕੋਲ 2015 ਤੋਂ ਲੈ ਕੇ 19 ਤੱਕ ਕੋਈ ਪੈਸਾ ਨਹੀਂ ਲਿਆ। ਇੱਕ ਵਾਰ ਖਰੇ ਡੈਡੀ ਗਏ ਸੀ ਲੈਣ ਗਏ, ਉਹ ਘਰੇ ਉਹ ਜਨਾਨੀ ਹੈ ਨਹੀਂ ਸੀ, ਮਤਲਬ ਕਿ ਉਹ ਇਕੱਲੀ ਸੀ ਤੇ ਉਹ ਮਤਲਬ ਬਾਲਕਨੀ 'ਚ ਆ ਕੇ ਮਿਲੀ ਕਿ ਮੈਨੂੰ ਇੱਦਾਂ ਕੁੱਟਦੇ ਮਾਰਦੇ ਮੈਨੂੰ ਲੈ ਜਾ। 20-21 ਸਾਲਾਂ ਦਾ ਬੱਚਾ ਆ, ਉਹਦਾ ਬਾਪ ਸਾਹਮਣੇ ਆਉਂਦਾ ਤੇ ਉਹ ਕਹਿੰਦੀ ਵੀ ਮੈਨੂੰ ਮਤਲਬ ਕਿ ਕੁੱਟਦੇ 8-9 ਸਾਲ ਦਾ ਉਹਨੂੰ, ਮਤਲਬ ਕਿ ਉਹਦੇ ਪੈਸੇ ਵੀ ਖਾ ਲਏ ਉਹਨੂੰ। ਇਹਨੇ ਮੇਰੇ ਕੋ ਬਹਾਨੇ ਨਾਲ ਐਡਵਾਂਸ ਪੈਸੇ ਜਾਂਦੇ ਰਹੇ ਜੀ, 3-3 ਮਹੀਨੇ ਦੇ ਐਡਵਾਂਸ ਲੈ ਕੇ ਜਾਂਦਾ ਰਿਹਾ। ਤੇ ਪਤਾ ਨਹੀਂ ਉਹ ਕਿਸ ਹਾਲਤ 'ਚ ਹੈਗੀ ਹੈ। ਲੜਕੀ ਜਦੋਂ ਮਿਲ ਜਾਂਦੀ ਆ ਤੇ ਸਾਰਾ ਕੁਝ ਖਤਮ ਹੋ ਜਾਣਾ ਉਸ ਵੇਲੇ, ਕਿਉਂਕਿ ਲੜਕੀ ਮੇਰੇ ਬਰਖਲਾਫ ਨਹੀਂ ਬੋਲ ਸਕਦੀ। ਕਹਿ ਕੇ ਜਾਂਦੀ ਆ ਕਿ ਦੀਦੀ ਮੈਂ ਆਪਣੀ ਮੰਮੀ ਕੋ ਕੁਝ ਦਿਨ ਰਹਿ ਕੇ ਆਉਣਾ ਆ। ਫਿਰ ਤੁਸੀਂ ਦੱਸੋ ਮੈਨੂੰ ਵੀ ਮੈਂ ਕਿੱਦਾਂ ਫਿਰ ਉਹਨੂੰ ਮਤਲਬ ਕਿ ਦੌੜ ਭੱਜ ਕਰਦੀ। ਮੈਂ ਦੌੜ ਭੱਜ ਜਦੋਂ ਕੀਤੀ ਜਦੋਂ ਕੰਪਲੀਟ ਹੋਈ ਆ। ਜਿੰਨੇ ਕਿ ਉਹਨਾਂ ਨੇ ਮੇਰੇ ਤੇ ਇਲਜ਼ਾਮ ਲਗਾਏ ਆ ਉਹ ਸਾਰੇ ਬੇਬੁਨਿਆਦ ਆ, ਝੂਠੇ ਆ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਦਰਸ਼ਕੋ, ਕੁਝ ਦਿਨ ਪਹਿਲਾਂ ਹਮਦਰਦ ਟੀਵੀ ਦੇ ਉੱਤੇ ਅਸੀਂ ਇੱਕ ਖਬਰ ਨਸ਼ਰ ਕੀਤੀ ਸੀ, ਜਿਸ ਦੇ ਵਿੱਚ ਇੱਕ ਪਿਤਾ ਤੇ ਇੱਕ ਭਰਾ ਦੇ ਵੱਲੋਂ ਬੇਹੱਦ ਗੰਭੀਰ ਇਲਜ਼ਾਮ ਇੱਕ ਮਹਿਲਾ ਤੇ ਉਸਦੇ ਭਰਾ ਦੇ ਉੱਤੇ ਲਗਾਏ ਸੀ ਕਿ ਉਹਨਾਂ ਦੇ ਵੱਲੋਂ ਉਹਨਾਂ ਦੀ ਇੱਕ ਬੱਚੀ ਨੂੰ ਘਰ ਦੇ ਵਿੱਚ ਕੰਮ ਕਰਨ ਦੇ ਲਈ ਪਹਿਲਾਂ ਜਲੰਧਰ ਆਪਣੇ ਕੋਲ ਰੱਖਿਆ ਅਤੇ ਕਈ ਸਾਲ ਕੰਮ ਕਰਨ ਤੋਂ ਬਾਅਦ ਉਸ ਲੜਕੀ ਦਾ ਉਹਨਾਂ ਦੇ ਨਾਲੋਂ ਕੱਟ ਆਫ ਕਰ ਦਿੱਤਾ, ਯਾਨੀ ਕਿ ਉਸ ਭਰਾ ਨੂੰ ਤੇ ਪਿਓ ਨੂੰ ਆਪਣੀ ਧੀ ਦੇ ਨਾਲ ਮਿਲਣ ਤੋਂ ਰੋਕ ਦਿੱਤਾ ਗਿਆ। ਔਰ ਇੱਥੋਂ ਤੱਕ ਗੰਭੀਰ ਇਲਜ਼ਾਮ ਲਗਾ ਦਿੱਤੇ ਸੀ ਵੀ ਸ਼ਾਇਦ ਉਹਨਾਂ ਦੇ ਵੱਲੋਂ ਉਹਨਾਂ ਦੀ ਧੀ ਨੂੰ ਕਿਤੇ ਮਾਰ ਹੀ ਨਾ ਦਿੱਤਾ ਗਿਆ ਹੋਵੇ। ਪਰ ਫਿਰ ਕਹਿੰਦੇ ਇੱਕ ਇਨਕੁਆਇਰੀ ਆਉਂਦੀ ਹੈ ਤਾਂ ਜਿਸ ਤੋਂ ਪਤਾ ਲੱਗਦਾ ਵੀ ਸਾਡੀ ਧੀ ਜਿਉਂਦੀ ਹੈ। ਇਸ ਤਰੀਕੇ ਦੇ ਇਲਜ਼ਾਮ ਇੱਕ ਮਹਿਲਾ ਤੇ ਉਸਦੇ ਭਰਾ ਦੇ ਉੱਤੇ ਲਗਾਏ ਸੀਗੇ। ਸਾਡੇ ਨਾਲ ਜਿਸ ਮਹਿਲਾ ਦੇ ਉੱਤੇ ਇਲਜ਼ਾਮ ਲੱਗੇ ਨੇ, ਇਹ ਗੰਭੀਰ ਇਲਜ਼ਾਮ ਲੱਗੇ ਨੇ, ਉਹ ਵੀ ਸਾਡੇ ਨਾਲ ਨੇ ਔਰ ਉਹਨਾਂ ਦੇ ਬ੍ਰਦਰ ਵੀ ਸਾਡੇ ਨਾਲ ਨੇ। ਗੱਲਬਾਤ ਕਰਦੇ ਹਾਂ, ਜਿਨ੍ਹਾਂ ਦਾ ਪੱਖ ਜਾਣਾਂਗੇ। ਹਾਲਾਂਕਿ ਆਪਾਂ ਬਾਰ-ਬਾਰ ਇਹੀ ਕਹਿੰਦੇ ਹਾਂ ਵੀ ਜੇਕਰ ਕੋਈ ਸਾਡੇ ਕੋਲ ਕਈ ਵਾਰ ਸੰਪਰਕ ਨਹੀਂ ਹੁੰਦਾ ਤਾਂ ਤੁਸੀਂ ਸਾਡੇ ਨਾਲ ਖੁਦ ਸੰਪਰਕ ਕਰ ਸਕਦੇ ਹੋ ਤੇ ਇਹਨਾਂ ਦੇ ਨਾਲ ਵੀ ਰਾਬਤਾ ਕਾਇਮ ਕੀਤਾ ਤਾਂ ਹੁਣ ਇਹ ਆਪਣਾ ਪੱਖ ਰੱਖਣ ਦੇ ਲਈ ਆਏ ਨੇ। ਭੈਣ ਜੀ, ਸਵਾਗਤ ਤੁਹਾਡਾ ਹਮਦਰਦ। ਸਤਿ ਸ਼੍ਰੀ ਅਕਾਲ ਵੀਰ ਜੀ, ਤੁਹਾਡਾ ਹਮਦਰਦ ਟੀਵੀ ਦਾ ਆਈ ਟੀਮ ਦਾ ਮੇਰੀ ਵੱਲੋਂ ਧੰਨਵਾਦ। ਭੈਣ ਜੀ, ਸਵਾਲ ਮੇਰਾ ਲੈ ਲਿਓ। ਬੇਹੱਦ ਗੰਭੀਰ ਇਲਜ਼ਾਮ ਨੇ ਤੁਹਾਡੇ ਉੱਤੇ। ਇੱਥੋਂ ਤੱਕ ਉਹਨਾਂ ਨੇ ਕਹਿ ਦਿੱਤਾ ਵੀ ਕਹਿੰਦੇ ਸਾਨੂੰ ਤਾਂ ਐਂ ਲੱਗਦਾ ਸੀਗਾ ਵੀ ਸ਼ਾਇਦ ਸਾਡੀ ਕੁੜੀ ਮਾਰ ਕੇ ਸੁੱਟ ਦਿੱਤੀ। ਤੁਹਾਡਾ ਪੱਖ ਜਾਣਨਾ ਚਾਹੂੰਗਾ ਅੱਜ, ਕੀ ਉਹ ਕਹਾਣੀ ਸੀਗੀ ਔਰ ਇਹ ਇਲਜ਼ਾਮਾਂ ਦੇ ਉੱਤੇ ਤੁਸੀਂ ਕੀ ਕਹਿੰਦੇ ਹੋ? ਠੀਕ ਹੈ, ਸਤਿ ਸ਼੍ਰੀ ਅਕਾਲ ਸਰ। ਇਸ ਤਰ੍ਹਾਂ ਵੀਰ ਜੀ, ਮੈਨੂੰ 2015 ਦੇ ਵਿੱਚ 14 ਅਪ੍ਰੈਲ ਨੂੰ ਇਹ ਲੜਕੀ ਮੇਰੇ ਘਰ ਆਉਂਦੀ ਆ। ਮੇਰਾ ਕਜ਼ਨ ਬ੍ਰਦਰ ਹੈ ਉਹ। ਇਹਦੇ ਥਰੂ ਇਹ ਮੇਰਾ ਐਕਸੀਡੈਂਟ ਹੋ ਗਿਆ ਸੀਗਾ ਤੇ ਮੈਨੂੰ ਜਿੱਦਾਂ ਪ੍ਰੋਬਲਮ ਸੀ, ਮੈਨੂੰ ਇੱਕ ਲੇਡੀ ਸਰਵੈਂਟ ਦੀ ਲੋੜ ਸੀ ਤੇ ਮੈਨੂੰ ਜਿੱਦਾਂ ਇੱਦਾਂ ਸੀ ਕਿ ਮੈਂ ਇਹਦੇ ਨਾਲ ਗੱਲ ਕੀਤੀ ਤੇ ਮੈਂ ਕਿਹਾ ਵੀ ਇੱਦਾਂ ਕਰਕੇ ਮੈਨੂੰ ਕੋਈ ਨਾ ਕੋਈ ਲੜਕੀ ਚਾਹੀਦੀ ਆ। ਤੇ ਇੱਥੇ ਲੋਕਲ ਦੇਖੀ ਸੀ ਕਿ ਲੜਕੀ ਉਹ ਥੋੜ੍ਹੀ ਠੀਕ ਨਹੀਂ ਸੀਗੀ, ਇਸ ਕਰਕੇ ਫਿਰ ਅਸੀਂ ਉਹਨੂੰ ਮਤਲਬ ਕਿ ਹਟਾ ਕੇ ਤਾਂ ਇਹ ਫਿਰ ਕਹਿੰਦਾ ਸਾਡੇ ਪਿੰਡ ਦੇ ਵਿੱਚ ਹੈਗੇ ਆ, ਪ੍ਰਵਾਸੀ ਆ ਤੇ ਉਹ ਕੁੜੀਆਂ ਪਹਿਲਾਂ ਵੀ ਕੰਮ ਕਰਦੀਆਂ। ਇੱਕ ਲੜਕੀ ਪਹਿਲਾਂ ਵੀ ਜਲੰਧਰ ਕੰਮ ਕਰਦੀ ਸੀ, ਇਸ ਲੜਕੀ ਦੀ ਭੈਣ। ਇਹ 2013 ਦੇ ਵਿੱਚ 10ਵੀਂ ਕਰਦੀ ਆ। ਉਸ ਤੋਂ ਬਾਅਦ ਪਿੰਡ ਦੇ ਵਿੱਚ ਸਰਕਾਰੀ ਸਕੂਲ 'ਚ ਇੱਕ ਮੈਡਮ ਆਉਂਦੇ ਆ, ਉਹਨਾਂ ਦੇ ਘਰ ਇਹਨੇ ਕੁੜੀ ਨੇ ਕੰਮ ਕੀਤਾ ਇੱਕ ਐਜ਼ ਏ ਸਰਵੈਂਟ। ਗੋਹਾ ਕੂੜਾ ਕਰਦੀ ਹੋਊਗੀ ਜਾਂ ਕੁਛ ਵੀ ਕਰਦੀ ਸੀ ਘਰ ਦੇ। ਪਿੰਡ ਮੁਚਰਵਾਲ ਦੇ ਵਿੱਚ ਹੀ? ਨਹੀਂ ਜੀ, ਉਹ ਨਾਲ ਪਿੰਡ ਪੈਂਦਾ ਗਿਗਨੋਵਾਲ। ਤੇ ਉਹ ਮੈਡਮ ਜਿਹੜੇ ਆ ਉਹ ਮਚਰੋਲ ਪਟਾਉਣ ਆਉਂਦੇ ਸੀ। ਉਹਨਾਂ ਦੇ ਘਰ ਵੀ 2-2.5 ਸਾਲ ਹੀ ਆ। ਉਹਨਾਂ ਦੇ ਘਰੋਂ ਫਿਰ ਉਹ ਕੰਮ ਪਹਿਲਾਂ ਆਲਰੇਡੀ ਉੱਥੇ ਕਰਦੀ ਸੀ, ਸਾਨੂੰ ਨਹੀਂ ਪਤਾ ਸੀਗਾ। ਇਹਨੂੰ ਪਤਾ ਸੀਗਾ ਤੇ ਇਹ ਕਹਿੰਦਾ ਵੀ ਇਹ ਜਾ ਕੇ ਪਿੰਡ 'ਚ ਇਹਨੇ ਗੱਲ ਕੀਤੀ ਆਪਣੇ ਦਾਦਾ ਜੀ ਨਾਲ। ਉਹ ਕਹਿੰਦੇ ਵੀ ਤੂੰ ਵੀ ਹੈਗਾ ਆ ਵੀ ਚਲੋ ਮੈਂ ਪੁੱਛਦਾ ਆ ਵੀ ਜੇ ਉਹ ਆਪਣੀ ਕੁੜੀ ਜੇ ਇਹਦੀ ਕੋਈ ਫਰੀ ਹੋਊਗੀ ਤਾਂ ਤੇਰੇ ਨਾਲ ਭੇਜ ਦਊਂਗਾ ਮੈਂ। ਦਾਦਾ ਜੀ ਨਾਲ ਗੱਲ ਕੀਤੀ, ਉਹਨੇ ਇਹਨੂੰ ਸੋਮਪਾਲ ਨਾਲ ਗੱਲ ਕੀਤੀ। ਇਹ ਸੋਮਪਾਲ ਨੇ ਮੈਡਮ ਦੇ ਕੋਲ ਝੂਠ ਬੋਲ ਕੇ ਕਿ ਤੇਰੀ ਮੰਮੀ ਬਿਮਾਰ ਆ, ਬਹੁਤ ਜ਼ਿਆਦਾ ਬਿਮਾਰ ਆ, ਤਾਂ ਤੂੰ ਮੈਂ ਇਹਨੂੰ 2-4 ਦਿਨ ਵਾਸਤੇ ਲੈ ਕੇ ਚੱਲਾਂ। ਤੇ ਪਹਿਲਾਂ ਕੰਮ ਕਰਦੀ ਸੀ? ਕੰਮ ਕਰਦੀ ਸੀ, ਹਾਂਜੀ। ਇਹ ਸਰ 2015 ਦੀ ਗੱਲ ਆ। 2015 14 ਅਪ੍ਰੈਲ ਦੀ ਗੱਲ ਆ। 14 ਅਪ੍ਰੈਲ ਨੂੰ ਫਿਰ ਇਹ ਸੋਮਪਾਲ, ਇੱਕ ਇਹਨਾਂ ਦੇ ਪਿੰਡ ਦੀ ਇੱਕ ਹੋਰ ਲੜਕੀ ਸੀ, ਉਹ ਤੇ ਇਹ ਲੜਕੀ ਹਰਪ੍ਰੀਤ ਕੌਰ ਮੇਰੇ ਘਰ ਮੇਰੇ ਨਾਲ ਫੋਨ 'ਤੇ ਇਹਨਾਂ ਨੇ ਕੰਟੈਕਟ ਕਰਕੇ ਮੇਰੇ ਘਰ ਛੱਡ ਗਏ। ਇਹਨੇ ਗੱਲ ਕੀਤੀ, ਉਹਨਾਂ ਨੂੰ ਦੱਸਿਆ ਤੇ ਉਹ ਮੇਰੇ ਘਰ ਛੱਡ ਕੇ ਚਲੇ ਗਏ। 2015 ਤੋਂ ਲੈ ਕੇ 2019
13 ਅਪ੍ਰੈਲ ਤੱਕ ਮੇਰੇ ਨਾਲ ਬਹੁਤ ਵਧੀਆ ਰਿਲੇਸ਼ਨ ਸੀ, ਫੈਮਿਲੀ ਰਿਲੇਸ਼ਨ ਸੀ। ਜੀ ਨਹੀਂ ਜੀ, ਕਿੱਦਾਂ 2013 ਇਹ 2015 ਦੀ ਤੁਸੀਂ ਗੱਲ ਕਰ ਰਹੇ ਹੋ? 2015 ਦੀ ਹਾਂ। ਲਗਭਗ ਮੇਰੇ ਕੋਲ ਜਾਣੀ ਕਿ ਕੁੜੀ 3.5 4 ਸਾਲ ਤਾਂ ਬਹੁਤ ਵਧੀਆ ਤਰੀਕੇ ਨਾਲ ਮਤਲਬ ਰਹੀ ਆ, ਇੱਕ ਫੈਮਿਲੀ ਦੀ ਤਰ੍ਹਾਂ ਰਹਿ ਰਹੀ ਆ। ਇਹ ਦੇਖੋ, ਮੈਂ ਲੜਕੀ ਦਾ ਬਰਥਡੇ ਮਨਾਇਆ 2015 ਦੇ ਵਿੱਚ, ਜਿਹੜਾ ਪਹਿਲਾ ਬਰਥਡੇ ਮਨਾਇਆ, ਤੇ ਮੈਨੂੰ ਕਹਿੰਦੀ ਦੀਦੀ ਮੇਰਾ ਕਦੀ ਜਨਮਦਿਨ ਨਹੀਂ ਕਿਸੇ ਨੇ ਮਨਾਇਆ, ਤੇ ਮੇਰਾ ਜਨਮਦਿਨ 4 ਅਪ੍ਰੈਲ ਨਾਲ ਇਹਦਾ ਲੜਕੀ ਦਾ ਜਨਮਦਿਨ ਹੈ, ਸੌਰੀ 4 ਅਗਸਤ ਦਾ। ਤੇ ਮੈਂ ਤਾਂ ਜਨਮਦਿਨ ਮਨਾਇਆ, ਅਸੀਂ ਰੂਟੀਨ 'ਚ ਜਨਮਦਿਨ ਇਹਦੇ ਮਨਾਉਂਦੇ ਰਹੇ ਆ। ਜਨਮਦਿਨਾਂ ਦੀਆਂ ਮੇਰੇ ਕੋਲ ਸਨੈਪਸ ਹੈਗੀਆਂ ਆ। ਉਸ ਤੋਂ ਬਾਅਦ ਸਰ ਇਹ 2019 ਦੇ ਵਿੱਚ ਕੁੜੀ ਉਹ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਇਹ ਆਪਣੇ ਪਿੰਡ ਜਾਂਦੀ ਆ। ਪਿੰਡ 'ਤੇ ਇਹਨੂੰ ਲੋਕ ਮਿਲਦਾ ਆ, ਘਰ ਤਾਲਾ ਲੱਗਾ ਸੀਗਾ, ਤੇ ਆਲੇ ਦੁਆਲੇ ਜਿਹੜੇ ਕੋ ਘਰ ਦੇ ਹੋਣਗੇ ਉਹਨਾਂ ਨੂੰ ਪੁੱਛਿਆ ਕਿੱਥੇ ਆ, ਉਹ ਕਹਿੰਦੇ ਪਤਾ ਨਹੀਂ ਕਿੱਥੇ ਆ। ਤਿਉਹਾਰ ਦਾ ਦਿਨ ਸੀ, ਅਕਸਰ ਇਹ ਪਿੰਡ ਆਉਂਦੀ ਜਾਂਦੀ ਰਹਿੰਦੀ ਸੀ ਕੁੜੀ ਦੀ। ਕਿਹੜਾ ਦੀਵਾਲੀ ਦੀ ਗੱਲ ਕਰ ਰਹੇ ਹੋ? ਕੀ ਕਰ ਰਹੇ? ਅਪ੍ਰੈਲ ਮਹੀਨੇ ਦੀ ਵਿਸਾਖੀ। ਅੱਛਾ, ਵਿਸਾਖੀ ਦੀ ਗੱਲ ਕਰ ਰਹੇ ਹੋ, ਔਰ ਤੁਹਾਡੇ ਕੋਲ ਪੁੱਛ ਕੇ ਦੱਸ ਕੇ ਆਈ ਹੈ? ਜੀ ਬਿਲਕੁਲ, ਮੈਨੂੰ ਮਿਲ ਕੇ ਮੇਰੇ ਨਾਲ ਮਤਲਬ ਕਿ ਇਹ ਮਿਲਣ ਗਈ ਆ, ਇੱਕ ਜਸਟ ਜਿੱਦਾਂ ਪਹਿਲਾਂ ਆਉਂਦੀ ਜਾਂਦੀ ਸੀਗੀ। ਉਸ ਤੋਂ ਬਾਅਦ ਇਹ ਲੜਕੀ ਜਦੋਂ ਵਾਪਸ ਆਈ ਆ ਤਾਂ ਇਹ ਥੋੜੀ ਜਿਹੀ ਗੁੰਮਸਮ ਜਿਹੀ ਸੀਗੀ। ਮੈਂ ਕਿਹਾ ਕੀ ਗੱਲ ਹੋਈ, ਘਰ 'ਚ ਕੋਈ ਗੱਲ ਹੋਈ ਆ? ਕਹਿੰਦੀ ਨਹੀਂ ਦੀਦੀ, ਮੇਰੇ ਨਾ ਡੈਡੀ ਨੇ, ਮੇਰੇ ਬਾਪ ਨੇ ਨਾ ਮੇਰੀ ਮਾਂ ਨੂੰ ਫੇਰ ਕੁੱਟ ਮਾਰ ਕੇ ਕੱਢ ਦਿੱਤਾ। ਉਸ ਤੋਂ 1 ਸਾਲ ਪਹਿਲਾਂ ਵੀ ਇਸ ਤਰ੍ਹਾਂ ਹੋਈ ਸੀ। ਕੰਪਲੇਂਟ ਵਿੱਚ ਲਿਖਾਉਂਦਾ ਹੈ ਕਿ ਉਹ ਮਰ ਚੁੱਕੀ ਆ। ਉਹ ਹਾਂ, ਉਹ ਦੱਸਦੇ ਵੀ ਮੇਰੀ ਪਤਨੀ ਮਰ ਚੁੱਕੀ ਹੈ। ਦੇਖੋ ਜੀ, ਕੰਪਲੇਂਟ 'ਚੋਂ ਲਿਖਾਇਆ ਵੀ ਮੇਰੀ ਜਨਾਨੀ ਮਰ ਚੁੱਕੀ ਆ, ਬਲਕਿ ਉਹ ਜਨਾਨੀ ਜਿੰਦੀ ਆ, ਜਨਾਨੀ ਮਰੀ ਨਹੀਂ ਹੈਗੀ, ਉਹ ਜਿੰਦੀ ਆ। ਤੁਹਾਡਾ ਸੰਪਰਕ ਹੋਇਆ ਕਦੀ ਉਹਦੇ ਨਾਲ? ਨਹੀਂ ਜੀ, ਮੇਰਾ ਸੰਪਰਕ ਹੁੰਦਾ ਫੇਰ ਤਾਂ ਕਹਾਣੀ ਖਤਮ ਹੋ ਜਾਣੀ ਸੀਗੀ, ਫੇਰ ਤਾਂ ਇੰਨਾ ਰੌਲਾ ਨਹੀਂ ਸੀ ਪੈਣਾ, ਫੇਰ ਤਾਂ ਇੰਨਾ ਮੇਰੀ ਬਦਨਾਮੀ ਨਹੀਂ ਹੋਣੀ ਸੀ। ਇਹ ਕਹਿੰਦਾ ਵੀ, ਇਹ ਕੁੜੀ ਨੇ ਕਿਹਾ, ਕਹਿੰਦੀ ਵੀ ਮੇਰੀ ਮੰਮੀ ਪਿੰਡ ਹੈ ਨਹੀਂ ਗੀ। ਚਲੋ, ਜਿੱਦਾਂ ਰੂਟੀਨ 'ਚ ਜਿੱਦਾਂ ਤਨਖਾਹ ਲੈਣ ਆਉਂਦਾ ਸੀਗਾ ਲੜਕੀ ਦੀ, ਉਹਨੂੰ ਤੁਸੀਂ ਇਹ ਗੱਲ ਕਹਿਣੀ ਆ, ਮੇਰੀ ਵੱਲੋਂ ਸੁਣਾ ਆ ਇੱਕ। ਤੁਸੀਂ ਹੁਣ ਜੋ ਇੱਥੇ ਪੱਖ ਰੱਖਣਾ ਆਪਣਾ ਤੁਸੀਂ ਰੱਖ ਦਿਓ, ਤੁਹਾਨੂੰ ਮੈਂ ਰੋਕ ਨਹੀਂ ਰਿਹਾ, ਟੋਕ ਨਹੀਂ ਰਿਹਾ, ਤੁਸੀਂ ਆਪਣਾ ਪੱਖ ਰੱਖ ਇਸ ਤਰ੍ਹਾਂ ਹੈ ਕਿ ਉਸ ਬੰਦੇ ਨੂੰ ਕਹੋ ਆਪਣੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਗੁਰਦੁਆਰੇ ਮੈਂ ਵੀ ਕਸਮ ਚੱਕ ਲੂੰ, ਕਸਮ ਚੱਕ ਲਾ ਕਿ ਤੂੰ ਮੇਰੇ ਕੋਲ 2015 ਤੋਂ ਲੈ ਕੇ 19 ਤੱਕ ਕੋਈ ਪੈਸਾ ਨਹੀਂ ਲਿਆ। ਈਵਨ ਜਦੋਂ ਕਿਤੇ ਮਤਲਬ ਕਿ ਕਣਕ ਲੈਣੀ ਹੁੰਦੀ ਸੀ, ਮੈਨੂੰ ਪਤਾ ਨਹੀਂ ਸੀਗਾ ਕਿ ਇਹਨਾਂ ਨੂੰ ਕਣਕ ਗਵਰਨਮੈਂਟ ਵੱਲੋਂ ਮਿਲਦੀ ਆ। ਇਹਨੇ ਮੇਰੇ ਕੋਲ ਬਹਾਨੇ ਨਾਲ ਐਡਵਾਂਸ ਪੈਸੇ ਜਾਂਦੇ ਰਹੇ ਜੀ, 3-3 ਮਹੀਨੇ ਦੇ ਐਡਵਾਂਸ ਲੈ ਕੇ ਜਾਂਦਾ ਰਿਹਾ। ਹੁਣ ਜਦੋਂ ਦੇਖੋ, ਮੇਰੀ ਬਦਕਿਸਮਤੀ ਕਹਿ ਲਓ ਜਾਂ ਉਹਨਾਂ ਦੀ ਖੁਸ਼ਕਿਸਮਤੀ ਕਹਿ ਲਓ ਕਿ ਲੜਕੀ ਜਦੋਂ ਮਿਲ ਜਾਂਦੀ ਆ ਤੇ ਸਾਰਾ ਕੁਝ ਖਤਮ ਹੋ ਜਾਣਾ ਉਸ ਵੇਲੇ, ਕਿਉਂਕਿ ਲੜਕੀ ਮੇਰੇ ਬਰਖਲਾਫ ਨਹੀਂ ਬੋਲ ਸਕਦੀ, ਮੈਨੂੰ ਇਸ ਚੀਜ਼ ਦਾ ਪਤਾ ਆ। ਦੇਖੋ ਸਰ, ਇਸ ਤਰ੍ਹਾਂ ਆ ਕਿ ਮੈਂ ਚਾਹੁੰਦੀ ਆ ਕਿ ਜਿਹੜੀ ਲੜਕੀ ਦੀ ਮਦਰ ਆ, ਜੇ ਕਿਤੇ ਉਹ ਮਿਲ ਜਾਵੇ ਤੇ ਲੜਕੀ ਬਹੁਤ ਛੇਤੀ ਭਲਣੀ। ਮੈਨੂੰ ਇੱਕ ਗੱਲ ਦੱਸੋ, ਤੁਸੀਂ ਕਿਹਾ ਉਹ ਵਿਸਾਖੀ ਵਾਲੇ ਦਿਨ ਸ਼ਾਇਦ ਗਈ ਆਪਣੇ ਘਰੇ ਇਹਨਾਂ ਨੂੰ ਮਿਲਣ ਦੇ ਲਈ? ਸ਼ਾਇਦ ਨਹੀਂ ਜੀ ਗਈ। ਹਾਂ, ਗਈ ਹੈ ਨਾ, ਔਰ ਉਤੋਂ ਵਾਪਸ ਉਸੇ ਦਿਨ ਆ ਜਾਂਦੀ ਹੈ ਕਿਉਂਕਿ ਉਹਨੂੰ ਘਰ ਦੇ ਨਹੀਂ ਮਿਲਦੇ, ਤੁਹਾਡੇ ਕੋਲ ਵਾਪਸ ਆਉਂਦੀ ਹੈ। ਫਿਰ ਗਾਇਬ ਕਦੋਂ ਹੋਈ ਕੁੜੀ? ਜਦੋਂ ਜਿਹੜੀ ਕੁੜੀ ਹੈ ਉਹ ਤੁਹਾਡੀਆਂ ਅੱਖਾਂ ਤੋਂ ਓਲੇ, ਫਿਰ ਕਿੱਧਰੋਂ ਗਈ? 11 ਅਗਸਤ ਰੱਖੜੀ ਤੋਂ 4 ਦਿਨ ਪਹਿਲਾਂ, ਲਾਸਟ ਈਅਰ 15 ਅਗਸਤ ਦੀ ਰੱਖੜੀ ਸੀ। ਮੇਰੇ ਕੋਲ ਗਈ ਆ, ਕਹਿੰਦੀ ਵੀ ਹੋ ਸਕਦਾ ਦੀਦੀ ਜਿੱਦਾਂ ਪਹਿਲਾਂ ਮੰਮੀ ਨਾਨਕਿਆਂ ਦੇ ਗਈ ਸੀਗੀ, ਹੋ ਸਕਦਾ ਉੱਥੇ ਹੀ ਹੋਵੇ, ਕਿਉਂਕਿ ਕੁੱਟ ਮਾਰ ਕੇ ਕੱਢ ਦਿੰਦਾ ਸੀ। ਇਹ ਬੰਦਾ ਡਰਿੰਕਰ ਟਾਈਪ ਆ, ਮੈਂ ਇਹਨੂੰ ਬਦਨਾਮ ਨਹੀਂ ਕਰਦੀ, ਕਿਉਂਕਿ ਮੇਰੇ ਨਾਲ ਇੱਕ ਬਾਪ ਬੇਟੀ ਦੇ ਰਿਲੇਸ਼ਨ ਸੀ। ਜਿਹੜਾ ਅੱਜ ਕਹਿੰਦਾ ਇਹ ਔਰਤ ਸਹੀ ਨਹੀਂ ਹੈਗੀ, ਉਹ ਖੁਦ ਨਹੀਂ ਕਹਿ ਰਿਹਾ ਜੀ, ਉਹ ਬੰਦਾ ਖੁਦ ਨਹੀਂ ਕਹਿ ਰਿਹਾ, ਉਹਦੇ ਪਿੱਛੇ ਜਿਹੜਾ ਪਿੱਛੇ ਬਹਿ ਕੇ ਆ ਨਾ, ਉਹ ਬੋਲ ਰਹੀ ਹੈ, ਇਹ ਨਹੀਂ ਬੋਲ ਰਿਹਾ। ਕੌਣ ਆ ਉਹ ਬੰਦਾ? ਦੇਖੋ ਜੀ, ਇਹਦੇ ਪਿੱਛੇ ਜਿਹੜੇ ਵੀ ਇਹਨਾਂ ਜੁੜਿਓ ਆ ਨਾ, ਹੁਣ ਦੇਖੋ ਜਿਹੜੇ ਦੱਸ ਸਕਦੇ ਹੋ ਤੁਸੀਂ? ਬਾਰ-ਬਾਰ ਕਹਿੰਦੇ ਮੇਰਾ ਪੱਖ ਨਹੀਂ ਲੈਂਦੇ, ਆਪਾਂ ਪੱਖ ਲੈ ਰਹੇ, ਤੁਸੀਂ ਦੱਸ ਸਕਦੇ ਹੋ ਕੌਣ ਹੈ, ਕੌਣ ਤੁਹਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ, ਕੌਣ ਕੁੜੀ ਨੂੰ ਲੈ ਗਿਆ? ਇੱਕ ਮੈਡਮ ਨੇ ਸੋਸ਼ਲ ਵਰਕਰ, ਪਹਿਲਾਂ ਸੋਸ਼ਲ ਵਰਕਰ ਕਰਦੇ ਸੀ, ਮੈਨੂੰ ਨਹੀਂ ਪਤਾ ਸੀਗਾ ਵੀ ਉਹ ਪਹਿਲਾਂ ਮਤਲਬ ਕਿ ਉਹ ਪਹਿਲਾਂ ਸੋਸ਼ਲ ਵਰਕਰ ਸੀ। ਮੈਂ ਉਹਨਾਂ ਨਾਲ ਸੰਪਰਕ ਕੀਤਾ ਜਦੋਂ ਸਾਨੂੰ ਪਤਾ ਲੱਗਾ ਕੁੜੀ ਗਾਇਬ ਹੋ ਗਈ। ਮੇਰੇ ਘਰ ਪੁਲਿਸ ਆਈ ਆ ਸਰਚ ਵਾਰੰਟ ਲੈ ਕੇ, ਮੇਰੇ ਘਰ ਦੀ ਉਹਨਾਂ ਨੇ ਪੂਰੀ ਸਰਚ। ਮੈਨੂੰ ਇਹ ਗੱਲ ਦੱਸਿਓ, ਜਦੋਂ ਕੁੜੀ ਤੁਹਾਡੇ ਕੋਲੋਂ ਰੱਖੜੀ ਤੋਂ 1 ਦਿਨ ਪਹਿਲਾਂ ਗਈ ਜਾਂ ਰੱਖੜੀ ਵਾਲੇ ਰੱਖੜੀ ਤੋਂ 4 ਦਿਨ ਪਹਿਲਾਂ ਚਲ ਗਈ, ਉਸ ਤੋਂ ਬਾਅਦ ਕੁੜੀ ਤੁਹਾਡੇ ਕੋਲ 4 ਦਿਨ ਨਹੀਂ ਆਉਂਦੀ? ਤੁਸੀਂ ਕੋਸ਼ਿਸ਼ ਕਰਦੇ ਹੋ ਉਹਨੂੰ ਲੱਭਣ ਦੀ ਜਾਂ ਦੇਖਣ ਦੀ ਕਿਤੇ? ਹਾਂਜੀ, ਮੇਰੀ ਗੱਲ ਸੁਣੋ। ਮੈਂ ਜਦੋਂ ਲੜਕੀ ਮੇਰੇ ਇਹ ਮਤਲਬ ਕਿ ਗਈ ਆ ਤਾਂ ਮੈਨੂੰ ਕਹਿੰਦੀ ਦੀਦੀ ਵੀ ਮੈਂ ਨਾ ਮੰਮੀ ਨੂੰ ਦੇਖਣਾ ਕਿ ਮੰਮੀ ਨਾਨਕਿਆਂ ਦੇ ਆ ਕਿ ਮਾਸੀਆਂ ਦੇ ਕੋਲ ਆ। ਮੈਂ ਮਾਸੀਆਂ ਦੇ ਵੀ ਜਾ ਕੇ ਮਤਲਬ ਕਨਫਰਮ ਕੀਤਾ, ਕਿਉਂਕਿ ਜਦੋਂ ਮੇਰੇ ਐਪਲੀਕੇਸ਼ਨ ਮੇਰੇ ਘਰ ਪੁਲਿਸ ਆਈ ਹੈ ਨਾ, ਮੈਂ ਤਾਂ ਫੇਰ ਹੀ ਕੁੜੀ ਭਾਲਣੀ ਸੀ। ਮੈਨੂੰ ਕਹਿੰਦੀ ਦੀਦੀ ਮੈਂ ਕੁਛ ਦਿਨ ਆਪਣੀ ਮੰਮੀ ਦੇ ਕੋਲ ਰਹਿ ਕੇ ਆਉਣਾ, ਮਤਲਬ ਕਿ ਹਫਤਾ ਖੰਡ ਦਾ, ਹਫਤਾ 2 ਹਫਤੇ ਮੈਂ ਮੰਮੀ ਕੋਲ ਰਹਿ ਕੇ ਆਉਣਾ। ਮੇਰੇ ਮਨ 'ਚ ਸੀਗਾ ਵੀ ਉਦਾਸ ਹੋਈ ਸੀਗੀ ਤਾਂ ਇਹਦਾ ਮਾਨਿਆ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਤੂੰ ਪੁੱਤ ਰਹਿ ਆਵੀਂ। ਅੱਛਾ, ਇਹ ਲੜਕੀ ਚਲੀ ਜਾਂਦੀ ਹੈ, ਮੇਰੇ ਕੋਲੋਂ ਪੈਸੇ ਲੈ ਕੇ ਜਾਂਦੀ ਹੈ, ਕਹਿੰਦੀ ਮੈਂ ਦਿਹਾੜੀ ਦੂੜੀ ਉੱਥੇ। ਉਹ ਦੇਖੋ, ਉਹਦਾ ਜਿਹੜਾ ਕੁੜੀ ਦਾ ਮਾਮਾ ਹੈ ਉਹ ਵੀ ਗਰੀਬ ਆ, ਉਹ ਵੀ ਦਿਹਾੜੀਦਾਰ ਬੰਦਾ ਆ। ਉਹ ਬੰਦਾ ਸਾਡੇ ਜਦੋਂ ਮੈਂ ਉਹਦੇ ਪਿੰਡ ਜਾਂਦੀ ਹਾਂ ਤੇ ਮਤਲਬ ਕਿ ਜਦੋਂ ਕੁੜੀ ਚਲ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਆਪਣੇ ਪਿੰਡ ਵਾਪਸ ਨਹੀਂ ਜਾਂਦੀ, ਨਾ ਮੇਰੇ ਕੋਲ ਆਉਂਦੀ ਆ ਤਾਂ ਨਾ ਮੁਚਰਵਾ। ਮੈਨੂੰ ਨਹੀਂ ਪਤਾ ਮੁਚਰਵਾ ਜਾਂਦੀ ਆ ਜਾਂ ਨਹੀਂ ਜਾਂਦੀ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹਨੂੰ ਕਿੱਦਾਂ ਪਤਾ ਲੱਗਦਾ ਸੋਮਪਾਲ ਨੂੰ ਕਿ ਮੇਰੀ ਕੁੜੀ ਉੱਥੇ ਜਲੰਧਰ ਹੈ ਨਹੀਂ,
ਉਹਨਾਂ ਦੇ ਘਰ ਹੈ ਨਹੀਂ ਗੀ, ਸਿੱਧੀ ਦਰਖਾਸਤ ਮੇਰੇ ਘਰ ਪੁਲਿਸ ਆਉਂਦੀ ਆ, ਮਤਲਬ ਯਕਦਮ ਸਡਨਲੀ ਮੇਰੇ ਘਰ ਪੁਲਿਸ ਆ ਜਾਂਦੀ ਆ। ਮੈਨੂੰ ਉਦੋਂ ਪਤਾ ਲੱਗਦਾ ਕਿ ਲੜਕੀ ਪਰ ਮੈਨੂੰ ਲੱਗਦਾ ਜੇ ਸ਼ਾਇਦ 4 ਦਿਨ ਤੁਸੀਂ ਆਪਣੇ ਬੱਚਿਆਂ ਵਾਂਗ ਆਪਾਂ ਤਸਵੀਰਾਂ ਵੀ ਦੇਖ ਰਹੇ ਹੋ, ਤੁਸੀਂ ਕੇਕ ਵੀ ਕੱਟਦੇ ਰਹੇ ਉਹਦਾ, ਮੈਨੂੰ ਲੱਗਦਾ ਵੀ ਕੋਈ ਬੱਚੇ ਨੂੰ ਆਪਣਾ ਸਮਝੇ ਤੇ ਫੇਰ ਹੀ ਬੰਦਾ ਇਹਨਾਂ ਖੁਸ਼ੀਆਂ ਮਨਾਉਂਦਾ ਹਨਾ। ਜਦੋਂ 4 ਦਿਨ ਨਹੀਂ ਆਈ ਸੀ ਤੁਸੀਂ ਉਦੋਂ ਕੰਪਲੇਂਟ ਕਰ ਦਿੰਦੇ। ਸਰ ਤੁਹਾਨੂੰ ਸ਼ਾਇਦ ਮੇਰੀ ਗੱਲ ਮੈਨੂੰ ਲੱਗਦਾ ਕਿ ਜਾਂ ਤਾਂ ਮੈਨੂੰ ਸਮਝਾਉਣੀ ਨਹੀਂ ਆਈ ਜਾਂ ਤੁਹਾਨੂੰ ਸਮਝਣ 'ਚ ਫਰਕ ਪੈ ਗਿਆ। ਨਹੀਂ ਮੈਂ ਤਾਂ ਜੋ ਤੁਸੀਂ ਕਹਿ ਕੇ ਜਾਂਦੀ ਆ ਕਿ ਦੀਦੀ ਮੈਂ ਆਪਣੀ ਮੰਮੀ ਕੋਲ ਕੁਝ ਦਿਨ ਰਹਿ ਕੇ ਆਉਣਾ ਆ, ਫਿਰ ਤੁਸੀਂ ਦੱਸੋ ਮੈਨੂੰ ਵੀ ਮੈਂ ਕਿੱਦਾਂ ਫਿਰ ਉਹਨੂੰ ਮਤਲਬ ਕਿ ਦੌੜ ਭੱਜ ਕਰਦੀ। ਮੈਂ ਦੌੜ ਭੱਜ ਉਦੋਂ ਕੀਤੀ ਜਦੋਂ ਕੰਪਲੀਟ ਹੋਈ ਆ। ਮੈਂ ਉਦੋਂ ਫਿਰ ਉਹਦੇ ਨਾਨਕਿਆਂ ਦੇ ਵੀ ਗਈਆਂ, ਉਹਦੀਆਂ ਮਾਸੀਆਂ ਦੇ ਜਿੱਥੇ ਤੇ ਉਹਦੀ ਮਾਸੀਆਂ ਸੀ ਉੱਥੇ ਨਹੀਂ ਗਈ ਕੁੜੀ, ਸਿਰਫ ਨਾਨਕਿਆਂ ਦੇ ਘਰ ਗਈ ਆ। ਨਾਨਕਿਆਂ ਦੇ ਬਕਾਇਦਾ ਕੋਰਟ 'ਚ ਬਿਆਨ ਲੱਗੇ ਹੋਆ। ਇਹਦੇ ਵਿੱਚ ਕੰਪਲੇਂਟ ਦੇ ਵਿੱਚ ਉਹ ਲਿਖਾਉਂਦਾ ਆ ਕਿ ਮੇਰੀ ਮਤਲਬ ਘਰ ਵਾਲੀ ਜਿਹੜੀ ਮਰ ਗਈ ਆ, ਕੁੜੀ ਕਹਿੰਦੀ ਕਿ ਮੇਰੀ ਮਾਂ ਜੀਂਦੀ ਆ, ਆਪਣੀ ਮਾਂ ਕੋਲ ਜਾਂਦੀ ਆ। ਹੁਣ ਦੇਖੋ ਮੈਨੂੰ ਤਾਂ ਮੈਂ ਕੁਝ ਨਹੀਂ ਕਹਿ ਸਕਦੀ ਇਹਦੇ ਬਾਰੇ ਕਿ ਉਹ ਜਿਹੜੇ ਮੈਡਮ ਆ, ਜਿਹੜੇ ਸੋਸ਼ਲ ਵਰਕਰ ਸੀਗੇ, ਅੱਜ ਮੈਨੂੰ ਪਤਾ ਨਹੀਂ ਉਹਨਾਂ ਕੋਲ ਕਿਹੜਾ ਅਹੁਦਾ ਆ। ਜੋ ਮੈਂ ਡੇਲੀ ਪੋਸਟ ਦੀ ਸੁਣੀ ਆ, ਉਹਨਾਂ ਨੇ ਮਤਲਬ ਕਿ ਉਹਨਾਂ ਦੇ ਥਰੂ ਵੀ ਮੈਨੂੰ ਬਹੁਤ ਕੁਝ ਸੁਣਨ ਨੂੰ ਮਿਲਿਆ ਕਿ ਉਹਨਾਂ ਨੇ ਮੈਨੂੰ ਬਦਨਾਮ ਕਰਦੀ। ਬਲਕਿ ਮੈਂ ਉਸ ਔਰਤ ਨੂੰ ਬਾਈ ਫੇਸ ਦੇਖਿਆ ਨਹੀਂ, ਨਾ ਮੈਨੂੰ ਉਹ ਜਾਣਦੀ ਨਾ ਮੈਂ ਉਹਨੂੰ ਜਾਣਦੀ। ਅਸੀਂ ਕਿਸੇ ਨੂੰ ਬਿਨਾਂ ਦੇਖੇ ਤੋਂ ਬਿਨਾਂ ਜਾਂਚੇ ਤੋਂ ਕਿੱਦਾਂ ਬਦਨਾਮ ਕਰ ਸਕਦੇ ਹਾਂ? ਸਵਾਲ ਇਹ ਹੁੰਦਾ। ਸੈਕੰਡ, ਇਹਨਾਂ ਦੇ ਜਦੋਂ ਦੌੜ ਭੱਜ ਹੋਈ ਆ, ਜਦੋਂ ਸਾਨੂੰ ਪਤਾ ਲੱਗਾ ਇਹਨਾਂ ਦੇ ਜਿਹਦਾ ਮੁਚਰੋਵਾਲ ਦਾ ਇੱਕ ਪੰਚ ਆ, ਉਹ ਕਿਤੇ ਇਹਨਾਂ ਦੇ ਪਿੰਡ ਦਾ ਮਸਲਾ ਸੀਗਾ, ਕੋਈ ਲੜਕੀ ਦਾ ਕੋਈ ਡਿਸਪਿਊਟ ਸੀਗਾ, ਉਹ ਨਾਲ ਉਦੋਂ ਉੱਥੇ ਫਰੰਟ ਤੇ ਉੱਥੇ ਆਉਂਦੇ ਆ ਉਹ ਮੈਡਮ, ਉਹ ਨਾਲ ਜਾ ਕੇ ਉੱਥੇ ਕੋਈ ਦੇਖੋ ਮੇਰਾ ਮੈਡਮ ਨੂੰ ਇੱਕ ਬੇਨਤੀ ਆ ਕਿ ਜਦੋਂ ਤੁਸੀਂ ਕਹਿੰਦੇ ਮੇਰੀਆਂ ਫੋਨਾਂ ਤੇ ਜੀ ਮੇਰੇ ਮਸਲੇ ਹੱਲ ਹੋ ਜਾਂਦੇ ਆ, ਤੇ ਤੁਸੀਂ ਮੇਰੇ ਨਾਲ ਕੰਟੈਕਟ ਕਿਉਂ ਨਹੀਂ ਕੀਤਾ? ਤੁਸੀਂ ਇੱਕ ਪਾਰਟੀ ਨੂੰ ਲੈ ਕੇ ਚੱਲੇ ਹੋ ਆ, ਤੁਹਾਡਾ ਡਿਊਟੀ ਬਣਦੀ ਸੀ। ਜੇ ਤੁਸੀਂ ਇੱਕ ਵਾਕਈ ਸੋਸ਼ਲ ਵਰਕਰ ਹੋ, ਇੱਕ ਤੁਸੀਂ ਭਲਾਈ ਦਾ ਕੰਮ ਕਰ ਰਹੇ ਹੋ, ਤਾਂ ਤੁਹਾਡਾ ਵੀ ਹੱਕ ਬਣਦਾ ਸੀ ਤੁਸੀਂ ਦੂਜਾ ਪੱਖ ਵੀ ਲਵੋ। ਹੁਣ ਤੁਸੀਂ ਵੀ ਆ, ਤੁਸੀਂ ਦੂਜਾ ਮੇਰੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ, ਮਿਲੇ ਆ, ਤੁਸੀਂ ਦੂਜਾ ਪੱਖ ਜਾਂਚਣ ਦੀ ਕੋਸ਼ਿਸ਼ ਕੀਤੀ ਆ। ਇਹ ਤਾਂ ਹੁਣ ਹੈ ਨਹੀਂਗਾ ਵੀ ਇੱਕ ਮਤਲਬ ਇੱਕ ਤਰਫੀ ਗੱਲ ਲੈ ਕੇ ਤਾਂ ਅਸੀਂ ਉਹਨੂੰ ਕੋਟਾਂ ਦੇ ਵਿੱਚ ਫੋਨਾਂ ਦੇ ਤੇ ਅਸੀਂ ਉਹਨੂੰ ਮਤਲਬ ਕਿ ਮੀਡੀਆ ਦੇ ਥਰੂ ਅਸੀਂ ਉਹਨਾਂ ਨੂੰ ਸੁਨੇਹਾਰ ਕਰ ਦਈਏ। ਇਹ ਗੱਲ ਸਹੀ ਨਹੀਂ ਹੈਗੀ। ਮੈਡਮ ਨੂੰ ਮਿਲਣ ਦੀ ਮੈਂ ਬਹੁਤ ਕੋਸ਼ਿਸ਼ ਕੀਤੀ। ਇਹਨਾਂ ਦੀ ਲੜਕੀ KMB ਪੜ੍ਹਾਉਂਦੇ ਆ। ਦੇਖੋ ਮੈਂ ਉਹਨਾਂ ਦਾ ਰਿਸਪੈਕਟ ਕਰਦੀ ਹਾਂ, ਵੱਡੇ ਨੇ, ਕਾਫੀ ਵੱਡੇ ਨੇ, ਪਰ ਉਹਨਾਂ ਨੇ ਜਾਣੀ ਕਿ ਕੋਈ ਸ਼ੱਕ ਨਹੀਂ ਛੱਡੀ ਜੀ ਮੈਨੂੰ ਬਦਨਾਮ ਕਰਨ 'ਚ। ਉਹਨਾਂ ਫਿਰ ਜਦੋਂ ਪੁਲਿਸ ਦੇ ਆਈ ਤੁਹਾਡੇ ਕੋਲ ਕੰਪਲੇਂਟ ਇਹਨਾਂ ਦੇ ਵੱਲੋਂ ਕੀਤੀ ਗਈ, ਸੋਮਪਾਲ ਇਹਨਾਂ ਦੇ ਵੱਲੋਂ ਕੀਤੀ ਗਈ ਜੀ। ਪਹਿਲ ਹਰ ਇੱਕ ਪਹਿਲ ਇਹਨਾਂ ਨੇ ਕੀਤੀ ਆ। ਮੀਡੀਆ ਨੂੰ ਵੀ ਅੱਗੇ ਆਏ। ਇਹਨਾਂ ਨੂੰ 1.5 ਸਾਲ ਬਾਅਦ ਕਿਉਂ ਚੇਤਾ ਆਇਆ ਵੀ ਅਸੀਂ ਹੁਣ ਮੀਡੀਆ ਸਹਾਰਾ ਲਈਏ? ਇਹਨਾਂ ਨੇ ਮਿਸਿੰਗ ਦੀ ਰਿਪੋਰਟ ਅੱਜ ਤੋਂ 1.5 ਸਾਲ ਪਹਿਲਾਂ ਕਿਉਂ ਨਹੀਂ ਕੀਤੀ? ਜੇ ਮੈਡਮ ਹੁਣਾਂ ਨੂੰ ਇਹਨਾਂ ਨਾਲ ਬਹੁਤ ਹਮਦਰਦੀ ਸੀ ਸੋਮਪਾਲ ਨਾਲ, ਤੇ ਮੈਡਮ ਦਾ ਹੱਕ ਬਣਦਾ ਸੀ ਜੀ ਅਸੀਂ ਦੂਜੇ ਪੱਖ ਨੂੰ ਵੀ ਲਈਏ। ਤੁਸੀਂ ਦੱਸੋ ਬਣਦਾ ਸੀ ਜਾਂ ਨਹੀਂ ਬਣਦਾ ਸੀ? ਬਣਦਾ ਸੀ ਨਾ ਬਈ ਤੁਸੀਂ ਮੈਂ ਕੋਸ਼ਿਸ਼ ਬਹੁਤ ਕੀਤੀ ਇਹਨਾਂ ਨੂੰ ਮਿਲਣੇ ਦੀ, ਮੈਂ ਬਹੁਤ ਕੋਸ਼ਿਸ਼ ਕੀਤੀ। ਮੈਨੂੰ ਨਹੀਂ ਪਤਾ ਵੀ ਉਹਦੇ ਪਿੱਛੇ ਵੀ ਕੀ ਰਾਜ ਆ, ਨਾ ਮਿਲਣ ਦੇ ਪਿੱਛੇ ਵੀ ਕੀ ਰਾਜ ਆ। ਵੀ ਜਾਣੀ ਕਿ ਮੈਂ ਕਿਤੇ ਐਡਾ ਕਿਤੇ ਮੈਨੂੰ ਇਹਨਾਂ ਨੇ ਐਡਾ ਬਣਾਤਾ, ਕਹਿੰਦੇ ਜੀ ਉਹ ਦੂਜਾ ਤੱਥ ਬਹੁਤ ਮਜ਼ਬੂਤ ਆ ਜੀ, ਮੈਨੂੰ ਪਤਾ ਨਹੀਂ ਸੀਗਾ। ਫੋਨਾਂ ਤੇ ਫੈਸਲੇ ਕਰਾਉਂਦੇ ਆ ਇਹ ਫੋਨਾਂ ਤੇ ਲੋਕਾਂ ਦੀਆਂ ਕੁੜੀਆਂ ਮੁੰਡਿਆਂ ਦੇ ਫੈਸਲੇ ਕਰਾਉਂਦੇ। ਇਹਨਾਂ ਨੇ ਮੇਰਾ ਪੱਖ ਕਿਉਂ ਨਹੀਂ ਸੁਣਿਆ? ਬਣਦੀ ਸੀ ਡਿਊਟੀ ਜਾਂ ਨਹੀਂ ਬਣਦੀ ਸੀ? ਇਹਨਾਂ ਨੇ ਮੇਰਾ ਪੱਖ ਕਿਉਂ ਨਹੀਂ ਲਿਆ? ਉਹਦਾ ਕੀ ਕਾਰਨ ਆ? ਇਹਨਾਂ ਦੇ ਪਿੰਡ ਦਾ ਪੰਚ ਸੀ, ਉਹ ਕਹਿੰਦਾ ਮੈਡਮ ਦੀ ਕੁੜੀ, ਮੈਨੂੰ ਤਾਂ ਪਤਾ ਨਹੀਂ ਸੀਗਾ ਮੈਡਮ ਦੀ ਕੁੜੀ KMB ਪੜ੍ਹਾਉਂਦੀ ਆ। ਮੈਂ ਮੇਰੇ ਮਹੱਲੇ ਦੇ ਨਾਲ ਮੇਰੇ ਦੀਦੀ ਆ, ਉਹ ਨਾਲ ਗਏ, ਕਹਿੰਦੇ ਚੱਲ ਕੋਈ ਗੱਲ ਨਹੀਂ ਆਪਾਂ ਉਹਨਾਂ ਦੇ ਜਾਂਦੇ ਆ, ਜਾ ਕੇ ਅਸੀਂ ਪਤਾ ਕਰਦੇ, ਮੇਰੀ ਵੀ ਕਜ਼ਨ ਉੱਥੇ ਪੜ੍ਹਾਉਂਦੀ ਆ, ਆਪਾਂ ਉਹਨਾਂ ਨਾਲ ਗੱਲ ਕਰਦੇ ਆ। ਅਸੀਂ ਗਏ ਤਾਂ ਜੀ ਉਹ ਮੈਡਮ ਦੀ ਲੜਕੀ ਕਹਿੰਦੀ ਮੈਂ ਨਹੀਂ ਮਿਲਣਾ, ਮੈਂ ਕਿਸੇ ਨੂੰ ਮਿਲਣਾ। ਅਸੀਂ ਗੇਟ ਤੋਂ ਬਾਹਰ ਆਉਂਦੇ ਆ ਤੇ ਮੈਡਮ ਦਾ ਫੋਨ ਆ ਜਾਂਦਾ ਮੇਰੇ ਫੋਨ ਤੇ, ਦੀਦੀ ਦੇ ਫੋਨ ਤੇ। ਜਦੋਂ ਗੱਲ ਆਪਾਂ ਕਰਦੇ, ਜਦੋਂ ਉੱਥੇ ਮੇਰੀ ਗੱਲ ਹੁੰਦੀ ਮੈਡਮ ਨਾਲ, ਫਸਟ ਟਾਈਮ ਮੇਰੀ ਗੱਲ ਹੁੰਦੀ ਆ, ਮੈਡਮ ਮੇਰੇ ਘਰ ਤੱਕ ਮੇਰੇ ਨਾਲ ਗੱਲ ਕਰਦੇ ਰਹੇ ਆ। ਉਸ ਵੇਲੇ ਬਹੁਤ ਵਧੀਆ ਮਤਲਬ ਇਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਆ। ਮੈਨੂੰ ਲੱਗਾ ਕਿ ਮੈਡਮ ਵਾਕਈ ਬਹੁਤ ਸੁਲਝਿਓ ਆ ਵੀ ਮੇਰਾ ਪੱਖ ਵੀ ਸੁਣਨਗੇ। ਮੈਂ ਇਹਨਾਂ ਨੂੰ ਫੋਨ ਤੇ ਕਾਫੀ ਕੁਝ ਸੁਣਾਤਾ ਸੀ, ਦੱਸਤਾ ਸੀਗਾ। ਉਸ ਤੋਂ ਬਾਅਦ ਮੈਂ ਘਰ ਆ ਜਾਂਦੀ ਹਾਂ। ਮੇਰੇ ਦੀਦੀ ਨੂੰ ਬਾਅਦ 'ਚ ਉਹਨਾਂ ਨੂੰ ਫੋਨ ਕਰਕੇ ਇਹਨਾਂ ਨੇ ਬਹੁਤ ਜ਼ਿਆਦਾ ਇੰਨਾ ਕੁਝ ਉਹਨਾਂ ਕੋਲ ਰਿਕਾਰਡਿੰਗ ਆ, ਉਹਨਾਂ ਨੇ ਰਿਕਾਰਡਿੰਗ ਵੀ ਜੇ ਉਹ ਕਹਿੰਦੇ ਨਾ ਮੇਰੇ ਕੋਲ ਤੱਥ ਆ, ਮੇਰੇ ਕੋਲ ਵੀ ਤੱਥ ਆ। ਅੱਛਾ, ਤੁਹਾਨੂੰ ਬੁਰਾ ਭਲਾ ਬੋਲਿਆ ਉਹਨਾਂ ਨੇ? ਜਿਨ੍ਹਾਂ ਨੇ ਵੀ ਬੋਲਿਆ ਤੁਸੀਂ ਕੰਪਲੇਂਟ ਕੀਤੀ ਇਹਦੇ ਸੰਬੰਧ? ਨਹੀਂ ਜੀ ਮੈਂ ਕੰਪਲੇਂਟ ਨਹੀਂ ਕੀਤੀ। ਮੈਂ ਕਿਹਾ ਦੇਖੋ ਇਸ ਵੇਲੇ ਮੈਂ ਜਿੱਦਾਂ ਉਹ ਕਹਿੰਦੇ ਨਾ ਕਿ ਮੇਰੇ ਕੋਲ ਬਹੁਤ ਤੱਥ ਮਜ਼ਬੂਤ ਤੱਥ ਆ, ਮੈਂ ਬਾਅਦ ਵਿੱਚ ਆਪਣਾ ਪੰਗਾ ਪਾਉਂਗੀ। ਮੈਂ ਇਹਦੀ ਕੁੜੀ 1.5 ਸਾਲ ਬਾਅਦ ਇਹਨਾਂ ਨੇ ਮੀਡੀਆ ਸਹਾਰਾ ਕਿਉਂ ਲਿਆ? ਕੁੜੀ ਦੀ ਕਿਤੇ ਮਿਸਿੰਗ ਦੀ ਰਿਪੋਰਟ ਕਿਤੇ ਹੋਈ? ਇਹਨਾਂ ਨੇ ਪਹਿਲੀ ਕੰਪਲੇਂਟ ਆ ਲਿਖਾਈ ਆ ਜੀ, ਉਹਨੇ ਸੋਮਪਾਲ ਲਿਖਾਉਂਦਾ ਆ। ਅੱਜ ਸੋਮਪਾਲ ਕਹਿੰਦਾ ਜੀ ਉਹ ਔਰਤ ਠੀਕ ਨਹੀਂ। 3.5-4 ਸਾਲ ਮੈਨੂੰ ਮਿਲ ਕੇ ਅੱਜ ਕਹਿੰਦਾ ਉਹ ਔਰਤ ਸਹੀ ਨਹੀਂ। ਉਹ ਇਹ ਵੀ ਕਹਿੰਦੇ ਨੇ, ਕਹਿੰਦੇ ਕੁੜੀ ਨੂੰ ਮਾਰ ਕੁੱਟ ਕੇ ਇੰਨਾ ਡਰਾ ਧਮਕਾ ਦਿੱਤਾ ਸੀਗਾ ਵੀ ਕੁੜੀ ਸਾਨੂੰ ਦੱਸ ਹੀ ਨਹੀਂ ਪਾਉਂਦੀ ਸੀ, ਕੁੜੀ ਉਹਨਾਂ ਦੀ ਬੋਲੀ ਬੋਲਦੀ। ਕੁੜੀ ਬੱਚੀ ਸੀ, ਕੁੜੀ ਨਿੱਕੀ ਜਿਹੀ ਸੀ, 21 ਸਾਲਾਂ ਦਾ ਬੱਚਾ ਆ। ਉਹਦਾ ਬਾਪ ਸਾਹਮਣੇ ਆਉਂਦਾ ਤੇ ਉਹ ਕਹਿੰਦੀ ਵੀ ਮੈਨੂੰ ਮਤਲਬ ਕਿ ਕੁੱਟਦੇ ਮਾਰ। ਦੇਖੋ ਮੇਰੀ ਗੱਲ ਸੁਣ, ਮੇਰਾ ਬੱਚਾ ਇੰਨਾ ਛੋਟਾ ਜਿਹਾ ਬੱਚਾ, ਜਦੋਂ ਕਿਤੇ ਅਸੀਂ ਕਿਸੇ ਕੋਲ ਛੱਡਦੇ ਆ ਕੁਝ ਵੀ ਆ, ਜਦੋਂ ਮੈਂ ਸਾਹਮਣੇ ਜਾਊਂ ਤਾਂ ਮੇਰਾ ਬੱਚਾ ਕਹੂਗਾ ਕਿ ਮੰਮੀ ਮੈਨੂੰ ਲੈ ਜਾ ਇੱਥੋਂ, ਮੈਨੂੰ ਇਹ ਕੁੱਟਦੇ ਮਾਰਦੇ ਆ। ਗੱਲ ਸਹੀ ਹੈ ਜਾਂ ਗਲਤ ਆ? ਤੁਸੀਂ ਦੱਸੋ। ਉਹ ਕਹਿੰਦੇ ਜੀ ਉਹਨੂੰ ਕੁੱਟਦੇ ਮਾਰ ਕੇ ਉਹਨੂੰ ਡਰਾ ਧਮਕਾ ਕੇ, ਮੈਂ ਉਹਦਾ ਕੀ ਡਰਾਵਾ ਦੇਣਾ ਸੀ? ਮੈਂ ਉਹਨੂੰ ਕੀ ਡਰਾਉਣਾ ਸੀ? ਲੜਕੀ ਦਾ ਮੈਂ ਕੀ ਡਰਾਵਾ ਦੇਣਾ ਸੀ?
ਉਹ ਲੜਕੀ ਦੀਆਂ ਬਕਾਇਦਾ ਰਿਕਾਰਡਿੰਗਾਂ ਤੁਸੀਂ ਸੁਣ ਲਓ। ਇਹਦੇ ਵਿੱਚ ਤੁਸੀਂ ਪਾ ਵੀ ਦਿਓ, ਕਿਉਂਕਿ ਲੋਕਾਂ ਨੇ ਕਮੈਂਟ ਵਿੱਚ ਮੈਡਮ ਉਹਨਾਂ ਨੇ ਆਪਣਾ ਨੰਬਰ ਪਾਇਆ ਵੀ ਮੇਰੇ ਨਾਲ ਅਸੀਂ ਉਹਦੀ ਹੈਲਪ ਕਰਨੀ ਆ। ਦੇਖੋ ਜੇ ਸਰ ਉਹ ਬੰਦਾ ਇੰਨਾ ਗਰੀਬ ਆ ਤੇ ਜਿਹੜੀ ਉਹਦੀ ਬੋਲੀ ਆ ਨਾ ਉਹ ਗਰੀਬਾਂ ਵਾਲੀ ਨਹੀਂ ਹੈਗੀ, ਉਹਦੀ ਬੋਲੀ ਗਰੀਬਾਂ ਵਾਲੀ ਨਹੀਂ ਹੈਗੀ। ਉਹਦਾ ਡਿਊਟੀ ਬਣਦੀ ਸੀ ਮੇਰੇ ਕੋਲ ਆਉਂਦਾ, ਕੁੜੀਏ ਮੇਰੀ ਕੁੜੀ। ਮੈਂ ਇਹੀ ਜਾਣਨਾ ਚਾਹੁੰਦਾ, ਕਦੀ ਤੁਹਾਡੀ ਜਦੋਂ ਇਹ ਸਾਰਾ ਕੁੜੀ ਮਿਸਿੰਗ ਹੋ ਗਈ, ਕਦੀ ਤੁਸੀਂ ਦੋਨੋਂ ਪਰਿਵਾਰ ਬੈਠੇ ਕਦੀ, ਕਿਉਂਕਿ ਤੁਹਾਡਾ ਰਿਲੇਸ਼ਨ ਤਾਂ ਜਿਸ ਤਰੀਕੇ ਨਾਲ ਉਹ ਦੱਸਦੇ ਨੇ, ਕਦੀ ਬੈਠੇ ਦੋਨੋਂ ਪਰਿਵਾਰ? ਸਾਨੂੰ ਬੈਠਣ ਨਹੀਂ ਦਿੱਤਾ ਗਿਆ ਜੀ, ਸਾਨੂੰ ਬੈਠਣ ਨਹੀਂ ਦਿੱਤਾ ਗਿਆ। ਜਿਹੜੇ ਵਿੱਚ ਆਏ ਨਾ, ਜਿਨ੍ਹਾਂ ਨੇ ਵਿੱਚ ਆ ਕੇ ਆਪਣੀਆਂ ਪ੍ਰਧਾਨਗੀਆਂ ਕੀਤੀਆਂ, ਉਹਨਾਂ ਨੂੰ ਬੈਠਣ ਨਹੀਂ ਦਿੱਤਾ ਗਿਆ। ਉਹਨਾਂ ਨੇ ਬੈਠਣ ਨਹੀਂ ਦਿੱਤਾ ਗਿਆ ਕਿ ਇਹ ਜਦੋਂ ਆਪਸ ਵਿੱਚ ਬੈਠ ਗਏ ਤਾਂ ਸਾਡਾ ਤਾਂ ਫਿਰ ਰੋਲ ਖਤਮ ਹੋ ਗਿਆ ਵਿੱਚ। ਜਿਹੜੀਆਂ ਅਸੀਂ ਸੁਰਖੀਆਂ ਵਿੱਚ ਆਉਣਾ ਉਹ ਫਿਰ ਕਿੱਦਾਂ ਅਸੀਂ ਆਵਾਂਗੇ? ਉਹ ਹੁਣ ਸੁਰਖੀਆਂ 'ਚ ਆਉਣ ਦਾ ਕਾਰਨ ਇਹ ਆ। ਆਰ ਪਹਿਲਾਂ ਤੁਸੀਂ ਕੰਪਲੇਂਟ ਦੇਖੋ ਜੀ, ਸਾਰਖੀ ਝੂਠੀ ਕੰਪਲੇਂਟ। ਕਹਿੰਦਾ ਮੇਰੀਆਂ 2 ਲੜਕੀਆਂ ਦੀ ਸ਼ਾਦੀ ਹੋ ਗਈ ਆ, ਇੱਕ ਲੜਕੀ ਦਾ ਵਿਆਹ ਕੀਤਾ, ਉਹਦੇ ਵਿੱਚ ਵੀ ਮੈਂ ਹੈਲਪ ਕੀਤੀ, ਉਹਦੇ ਵਿੱਚ ਵੀ ਮੈਂ ਹੈਲਪ ਦਿੱਤੀ ਆ, ਲੜਕੀ ਦੇ ਵਿਆਹ ਦੇ ਵਿੱਚ ਵੀ ਮੈਂ ਹੈਲਪ ਦਿੱਤੀ। ਮੇਰੇ ਘਰ ਆਇਆ, ਮੈਨੂੰ ਕਹਿੰਦਾ ਵੀ ਇੱਦਾਂ ਕਰਕੇ ਕੁੜੀ ਮਤਲਬ ਪਰੇਸ਼ਾਨ ਕਰਦੀ ਆ। ਉਹ ਕੁੜੀ ਨੇ ਕਿਹਾ ਕਿ ਹਰਪ੍ਰੀਤ ਨੇ ਕਹਿੰਦੀ ਡੈਡੀ ਉਹਦਾ ਵਿਆਹ ਕਰ ਦੇ। ਅੱਛਾ ਉਹ ਆਇਆ ਮੇਰੇ ਕੋਲ, ਮੈਂ ਉਹਨੂੰ ਹੈਲਪ ਦਿੱਤੀ ਆ। ਇੱਕ ਹੋਰ ਬੜੇ ਉਹਨਾਂ ਨੇ ਗੰਭੀਰ ਇਲਜ਼ਾਮ ਲਾਏ ਸੀਗੇ ਭੈਣ ਜੀ, ਕਹਿੰਦੇ ਉਹ ਇੱਕ ਫਰਮ ਬਣਾਉਣ ਲੱਗੇ ਸੀਗੇ ਜਿਹਦੇ ਵਿੱਚ ਉਸ ਕੁੜੀ ਨੂੰ ਵੀ ਉਹਦੇ ਨਾਂ ਦੇ ਉੱਤੇ ਲਾਇਸੈਂਸ ਬਣਾਉਣ ਲੱਗੇ। ਠੀਕ ਹੈ ਚਲੋ ਠੀਕ ਚਾਹੁੰਦੇ ਆ। ਦੇਖੋ ਭਾਜੀ ਉਹ ਮੇਰਾ ਬਿਜ਼ਨਸ ਆ, ਮੇਰਾ ਕੰਮ ਆ, ਜਿਹਨੂੰ ਇਹਨਾਂ ਨੇ ਸੋਨੇ ਹਾਰ ਕਰਨ ਦੀ ਕੋਸ਼ਿਸ਼ ਕੀਤੀ, ਕਾਗਜ਼ਾਂ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਜੀ। ਇਮੀਗ੍ਰੇਸ਼ਨ ਦਾ ਕੰਮ ਕਰ, ਉਹ ਏਜੰਟੀ ਕਰਦੀ ਜੀ, ਉਹ ਏਜੰਟ ਆ। ਏਜੰਟੀ ਕਰਨੀ ਕੋਈ ਪਾਪ ਨਹੀਂ ਹੈਗੀ। ਦੇਖੋ ਤੁਸੀਂ ਵੀ ਕੰਮ ਕਰਦੇ ਪ੍ਰੋਫੈਸ਼ਨ ਹੈ, ਕੋਈ ਕਿਸੇ ਦਾ ਵੀ ਹੋ ਸਕਦਾ ਨਹੀਂ, ਇਹ ਪ੍ਰੋਫੈਸ਼ਨ ਆ। ਇਹਦੇ ਵਿੱਚ ਜਿਹੜਾ ਇਹਨਾਂ ਨੇ ਸੋਨੇਹਾਰ ਕੀਤਾ ਨਾ, ਜੋ ਕੁਝ ਇਲਜ਼ਾਮ ਲਗਾਏ ਗਏ ਆ ਉਹ ਬੇਬੁਨਿਆਦ ਇਲਜ਼ਾਮ ਆ, ਉਹ ਝੂਠ ਆ, ਉਹ ਸਰਾਸਰ ਝੂਠ ਆ, ਇੱਕ ਵੀ ਸੱਚਾਈ ਨਹੀਂ। ਪਹਿਲੀ ਕੰਪਲੇਂਟ ਦੀ ਸੱਚਾਈ ਪੜੋ, ਪਹਿਲਾਂ ਪਹਿਲੀ ਕੰਪਲੇਂਟ ਦੀ ਸੱਚਾਈ ਲਓ ਜੀ। ਕਹਿੰਦਾ ਮੇਰੀਆਂ 2 ਲੜਕੀਆਂ ਦੀ ਸ਼ਾਦੀ ਹੋ ਗਈ, ਉਹਨੂੰ ਕੋ ਪ੍ਰੂਫ ਕਰ ਦੋ ਦੋਨਾਂ ਕੁੜੀਆਂ ਦੀ ਸ਼ਾਦੀ, ਦੋਨਾਂ ਕੁੜੀਆਂ ਦੀ ਸ਼ਾਦੀ ਦੀ ਤੂੰ ਪ੍ਰੂਫ ਕਰ ਦੇ ਵੀ ਤੂੰ ਦੋਨਾਂ ਕੁੜੀਆਂ ਦੀ ਸ਼ਾਦੀ ਕੀਤੀ। ਇੱਕ ਕੁੜੀ ਜੀ ਬੈਂਗਲੌਰ ਹੈ, ਉਹ ਇੱਕ ਪੇਸ਼ੇ ਵਜੋਂ ਇੱਕ ਡਾਂਸਰ ਆ। ਸਾਨੂੰ ਮਤਲਬ ਦੇਖੋ ਮੈਂ ਉਸ ਚੀਜ਼ ਨੂੰ ਵੀ ਗਲਤ ਨਹੀਂ ਕਹਿੰਦੀ। ਦੇਖੋ ਜੀ, ਜਿਹੜਾ ਮਸਲਾ ਤੁਹਾਡੀ ਇੱਕ ਬੇਟੀ ਦਾ, ਮੈਂ ਚਾਹੂੰਗਾ ਤੁਹਾਡੇ ਅੱਗੇ ਵੀ ਦਰਖਾਸਤ ਹੈ ਵੀ ਆਪਾਂ ਉਸੇ ਹੀ ਚੀਜ਼ ਨੂੰ ਰੱਖੀਏ, ਕਿਸੇ ਦੇ ਪ੍ਰੋਫੈਸ਼ਨ ਨੂੰ, ਕਿਸੇ ਕੰਮ ਨੂੰ ਆਪਾਂ ਨਾ ਰੱਖੀਏ। ਦੇਖੋ ਭਾਜੀ ਉਹ ਕਹਿ ਰਿਹਾ ਕਿ ਉਹ ਜਨਾਨੀ ਸਹੀ ਨਹੀਂ ਹੈਗੀ, ਉਹਨੇ ਮੇਰਾ ਗਲਤ ਕੀ ਦੇਖਿਆ? ਇੱਕ ਦੇਖੋ ਮੈਂ ਵੀ ਤਾਂ ਕਿਸੇ ਦੀ ਬੇਟੀ ਆ, ਉਹਦੇ ਤੇ ਦੇਖੋ ਕੋਰਟ ਹੈਗੀ, ਤੁਸੀਂ ਮਾਣਹਾਨੀ ਦਾ ਦਾਅਵਾ ਵੀ ਕਰ ਸਕਦੇ ਹੋ ਉੱਤੇ। ਹਾਂ ਮੈਂ ਕਰਤਾ। ਉਹਨੇ ਮੇਰੀ ਉਹਨੇ ਕਾਸਟ ਨੂੰ ਵੀ ਲਿਆ ਦੇ। ਉਹ ਕਹਿੰਦਾ ਜੀ ਉਹਦੇ ਵਿੱਚ ਕਹਿ ਰਿਹਾ, ਉਹਨੇ ਕੁਐਸਚਨ ਕੀਤਾ ਬੜਾ ਵਧੀਆ। ਉਹਨੇ ਕੁਐਸਚਨ ਕੀਤਾ ਜੀ ਉਹ ਕੌਣ ਹੈਗੇ ਨੇ? ਉਹ ਕਹਿੰਦਾ ਉਹ ਆ ਧਰਮੀਆਂ ਚ ਮਾਰੇ ਹੀ ਆ। ਇਹ ਦੇਖੋ ਉਹਦਾ ਤਾਂ ਅਸੀਂ ਕਰਾਂਗੇ, ਹਾਂ ਉਹ ਤਾਂ ਅਸੀਂ ਦੇਖੋ ਉਹਦੇ ਚ ਜਾਤ ਦਾ ਵਿੱਚ ਕੀ ਲੈਣ ਦੇਣੇ ਆ, ਜਾਤ ਦਾ ਵਿੱਚ ਕਿੱਥੋਂ ਰੌਲਾ ਆ ਗਿਆ। ਬਾਕੀ ਮੈਂ ਬੇਨਤੀ ਆ ਮੈਡਮ ਉਹਨਾਂ ਨੂੰ ਕਿ ਇੰਨਾ ਲੰਮਾ ਚੱਕਰ ਨਾ ਪੈਂਦਾ। ਤੁਸੀਂ ਇੰਨੇ ਸੁਲਝਿਓ ਆ, ਇੰਨੇ ਸੂਝਵਾਨ ਆ, ਤੁਸੀਂ ਲੋਕਾਂ ਦੇ ਮਸਲੇ ਟੈਲੀਫੋਨ ਤੇ ਤੁਸੀਂ ਕਰ ਦਿੰਦੇ ਆ। ਤੇ ਤੁਸੀਂ ਮੈਂ ਤੁਹਾਨੂੰ ਮਿਲਣ ਦੀ ਬਹੁਤ ਕੋਸ਼ਿਸ਼ ਕੀਤੀ। ਉਸ ਪੰਚ ਨੇ ਦੱਸਿਆ, ਕਹਿੰਦਾ ਜੀ ਉਹ KMB ਤੁਸੀਂ ਚੱਲ ਜਾਓ, ਉਹ ਤੁਹਾਡਾ ਮਸਲਾ ਤੁਹਾਡੀ ਆਪਣੀ ਮੰਮੀ ਨਾਲ ਕੁੜੀ ਮਿਲਾ ਦੇਗੀ। ਮੁਚਰੋਵਾਲ ਦਾ ਪੰਚ ਆ। ਜਦੋਂ ਅਸੀਂ ਉੱਥੇ ਜਾਂਦੇ ਆ, ਉਹਨੂੰ ਮਿਲਦੇ ਆ, ਤੇ ਇਹ ਮੈਡਮ ਹੁਣਾਂ ਨੇ ਰੁੱਖ ਦੂਜਾ ਬਣਾ ਲਿਆ। ਉਹ ਲੜਕੀ ਜਿਹੜੀ ਮੇਰੇ ਨਾਲ ਮੇਰੀ ਫਰੈਂਡ ਜਾਂਦੀ ਆ, ਉਹਦੇ ਕੋਲ ਬਕਾਇਦਾ ਰਿਕਾਰਡਿੰਗਾਂ ਇਹਨਾਂ ਦੀਆਂ। ਮੈਨੂੰ ਜਾਣਿਆ ਨਹੀਂ, ਪਛਾਣਿਆ ਨਹੀਂ, ਮੈਨੂੰ ਜਾਣਦੇ ਵੀ ਨਹੀਂ, ਮੈਨੂੰ ਦੇਖਿਆ ਵੀ ਨਹੀਂ, ਤੇ ਤੁਸੀਂ ਕਿਸੇ ਤੇ ਇਲਜ਼ਾਮ ਕਿੱਦਾਂ ਲਾ ਸਕਦੇ ਆ? ਇਹ ਸਵਾਲ ਪੁੱਟ ਹੁੰਦਾ, ਤੁਸੀਂ ਇਲਜ਼ਾਮ ਕਿੱਦਾਂ ਲਾ ਸਕਦੇ ਤੁਸੀਂ ਬਿਨਾਂ ਜਾਣੇ ਤੋਂ? ਹੁਣ ਮੇਰੀ ਗੱਲ ਸੁਣੋ, ਮੈਂ ਤੁਹਾਡੇ ਬਾਰੇ ਜਾਣਦੀ ਨਹੀਂ, ਮੈਂ ਕਿੱਦਾਂ ਬਕੀਆਬਾਦ ਕਰ ਲਵਾਂਗੀ? ਮੈਂ ਕਿੱਦਾਂ ਤੁਹਾਨੂੰ ਮਤਲਬ ਕਿਸੇ ਨੂੰ ਫਰੰਟ ਤੇ ਲਿਆ ਕੇ ਦੁਸ਼ਮਣੀ ਕਿੱਦਾਂ ਕੱਢ ਲਵਾਂਗੀ? ਕਿਸੇ ਨੂੰ ਤੇ ਥਰਡ ਪਰਸਨ ਨੂੰ ਉਹਨੂੰ ਯੂਜ਼ ਕਰ ਰਹੇ ਆ ਜੀ, ਉਹਨੂੰ ਯੂਜ਼ ਕਰ ਰਹੇ ਆ। ਉਹ ਅੰਕਲ ਮਾੜਾ ਨਹੀਂ ਹੈਗਾ, ਮੈਂ ਉਹਨੂੰ ਅੱਜ ਵੀ ਉਹਨੂੰ ਰਿਗਾਰਡ ਦਿੰਦੀ, ਅੱਜ ਵੀ ਉਹਦੀ ਮੈਂ ਇੱਜ਼ਤ ਕਰਦੀ ਆ। ਜਿੰਨੇ ਕਿ ਉਹਨਾਂ ਨੇ ਮੇਰੇ ਤੇ ਇਲਜ਼ਾਮ ਲਗਾਏ ਆ ਉਹ ਸਾਰੇ ਬੇਬੁਨਿਆਦ ਆ, ਝੂਠੇ ਆ, ਸਿਰਫ ਉਹਨੂੰ ਇਸਤੇਮਾਲ ਕਰ ਰਹੇ ਆ। ਫਰਮ ਦਾ ਕੀ ਰੌਲਾ ਸੀਗਾ? ਕਹਿੰਦੇ ਲਾਇਸੈਂਸ ਬਣਾਉਣ ਲੱਗੇ ਸੀ ਇਮੀਗ੍ਰੇਸ਼ਨ ਵਾਲਾ, ਕੁੜੀ ਦੇ ਉੱਤੇ ਨਾਂ ਦੇ ਉੱਤੇ ਵੀ ਕੱਲ ਨੂੰ ਕੋਈ ਗੱਲਬਾਤ ਹੋਊਗੀ ਤੇ ਪਰਚਾ ਉੱਤੇ ਕੁੜੀ ਤੇ ਦਰਦ ਹੋਊਗਾ ਉਹਦੇ ਨਾਂ ਤੇ। ਉਹ ਕੀ ਰੌਲਾ ਸੀ? ਵੀ ਮੈਡਮ ਪਹੁੰਚੀ ਆ ਜੀ, ਉੱਥੇ ਤੱਕ ਵੀ ਮੈਡਮ ਉਹਨਾਂ ਨੇ ਬਹੁਤ ਅਪਰੋਚ ਕੀਤੀ ਆ, ਬਹੁਤ ਕੁਝ ਕੀਤਾ ਜੀ। ਮੈਡਮ ਉਹਨਾਂ ਦਾ ਤਾਂ ਪੁਲਿਸ ਫ੍ਰੀ ਕੰਮ ਕਰਦੀ, ਬਾਕੀਆਂ ਕੋਲੋਂ ਪੁਲਿਸ ਪੈਸੇ ਲੈ ਕੇ ਕੰਮ ਕਰਦੀ ਆ। ਉਹਨਾਂ ਦਾ ਕਹਿਣ ਆ, ਉਹਨਾਂ ਨੇ ਡੇਲੀ ਪੋਸਟ ਦੇ ਵਿੱਚ ਕਿਹਾ, ਕਹਿੰਦੇ ਮੇਰਾ ਤਾਂ ਜੀ ਪੁਲਿਸ ਕੰਮ ਫ੍ਰੀ ਕਰਦੀ ਆ। ਉਹਦਾ ਮਤਲਬ ਇਹ ਆ ਕਿ ਮੈਂ ਪੁਲਿਸ ਨੂੰ ਖਰੀਦ ਲਿਆ, ਮੈਂ ਮਤਲਬ ਕਿ ਪੁਲਿਸ ਨੂੰ ਖਰੀਦ ਕੇ ਤਾਂ ਮੈਂ ਮਤਲਬ ਆਪਣੇ ਕੰਮ ਕਰਾਏ ਆ। ਦੇਖੋ ਜੀ ਸੱਚ ਬੋਲ, ਜੋ ਸੱਚਾਈ ਆ, ਸੱਚਾਈ ਨੇ ਹੀ ਮਤਲਬ ਕਿ ਉਗੜ ਕੇ ਸਾਹਮਣੇ ਆਉਣਾ ਆ। ਜੇ ਕਿੰਨਾ ਕੁ ਝੂਠ ਬੋਲਵਾਂਗੇ ਅਸੀਂ, ਕਿੰਨਾ ਕੁ ਝੂਠ ਬੋਲਵਾਂਗੇ? ਮੈਨੂੰ ਕਹਿੰਦੇ ਆ ਜੀ ਉਹਦੇ ਨਾਂ ਤੇ ਇਹਨੇ ਲਾਇਸੈਂਸ ਅਪਲਾਈ ਕਰਤਾ। ਸਰ ਪੜ੍ਹੇ ਲਿਖੇ ਆ, ਸਰਕਾਰੀ ਨੌਕਰੀ ਕੀਤੀ ਹੋਆ, ਮੇਰੇ ਨਾਲ ਦੁਸ਼ਮਣੀ ਕੀ ਆ ਉਹ ਮੈਨੂੰ ਸਾਹਮਣੇ ਆ ਕੇ ਦੱਸ ਦੇਣ ਵੀ ਤੇਰੀ ਭਾਈ ਮੇਰੀ ਆਹ ਦੁਸ਼ਮਣੀ ਆ। ਦੇਖੋ ਉਹ ਵੀ ਪਿੰਡ ਦੇ ਵਿੱਚ ਰਹਿੰਦੇ ਆ, ਪਿੰਡ ਦੇ ਵਿੱਚ 100 ਸੱਜਣ ਹੁੰਦੇ, 100 ਦੁਸ਼ਮਣ ਹੁੰਦੇ, ਕਈਆਂ ਨਾਲ ਦੁਸ਼ਮਣੀ ਹੁੰਦੀ ਆ। ਪਰ ਜਿਹਨੇ ਵੀ ਸਾਡੇ ਨਾਲ ਜੋ ਵੀ ਦੁਸ਼ਮਣੀ ਵੀ ਕੱਢਣੀ ਆ, ਸਾਹਮਣੇ ਆ ਕੇ ਦੁਸ਼ਮਣੀ ਕੱਢੇ, ਪਿੱਠ ਪਿੱਛੇ ਵਾਰ ਕਰਨ ਦਾ, ਉਹਨੂੰ ਵਿਚਾਰੇ ਗਰੀਬ ਬੰਦੇ ਨੂੰ ਉਹਨੂੰ ਵਿੱਚ ਲਿਆਉਣ ਦਾ ਜਾਂ ਉਹਨੂੰ ਉਹ ਇਸਤੇਮਾਲ ਕਰ ਰਹੇ ਆ ਉਹਨੂੰ। ਉਹ ਬੰਦਾ ਸਾਡੇ ਲਈ ਮਤਲਬ ਕਿ ਦੇਖੋ ਜਿਸ ਤਰ੍ਹਾਂ ਉਹ ਬੋਲ ਰਿਹਾ ਹੈ ਨਾ, ਮੈਨੂੰ ਕੋਈ ਗੁੱਸਾ ਨਹੀਂ ਹੈਗਾ ਉੱਤੇ, ਕਿਉਂਕਿ ਉਹ ਇਸਤੇਮਾਲ ਆ।
ਉਹ ਬੰਦਾ ਇਸਤੇਮਾਲ ਹੋ ਰਿਹਾ ਆ। ਉਹਨੂੰ ਹਜੇ ਇੰਨੀ ਸੋਝੀ ਨਹੀਂ ਹੈਗੀ, ਉਹਨੂੰ ਪਤਾ ਨਹੀਂ ਕੀ ਉਹਨੂੰ ਮਤਲਬ ਕਿ ਦੱਸਿਆ ਵੀ ਤੈਨੂੰ ਅਸੀਂ ਕੀ ਦਵਾ ਦੇਣਾ ਆ, ਕੀ ਮਿਲ ਜੂਗਾ। ਉੱਥੇ ਪਿੰਡ ਦੇ ਜਿਹੜੇ ਅੱਛਾ ਪਹਿਲਾਂ ਗੱਲ ਆਪਾਂ ਉੱਥੇ ਖਤਮ ਕਰੀਏ। ਇਮੀਗ੍ਰੇਸ਼ਨ ਦਾ ਸਵਾਲ ਕੀਤਾ ਹੈ ਤੁਹਾਨੂੰ, ਇਮੀਗ੍ਰੇਸ਼ਨ ਦਾ ਕੀ ਰੌਲਾ? ਉਹ ਉੱਥੇ ਆਵਾਂਗੇ ਬਾਅਦ ਚੋਂ। ਪਹਿਲਾਂ ਅਸੀਂ ਜਿੱਥੋਂ ਸ਼ੁਰੂ ਹੋਈ ਹੈ ਨਾ ਕਹਾਣੀ, ਜਿੱਥੇ ਤੱਕ ਮੈਨੂੰ ਬਦਨਾਮੀ ਦਿੱਤੀ ਗਈ ਆ, ਇਹਨਾਂ ਨੇ ਜੀ ਸਾਰੀ ਇਨਵੈਸਟੀਗੇਸ਼ਨ ਕੀਤੀ। ਮੈਡਮ ਉਹਨਾਂ ਨੇ ਆਪੇ ਇਨਵੈਸਟੀਗੇਸ਼ਨ ਕਰ ਲਈ। ਮੈਂ ਉਹਨਾਂ ਨੂੰ ਬਿਨਾਂ ਜਾਣੇ ਤੋਂ ਬਿਨਾਂ ਦੇਖੇ ਤੋਂ, ਹਾਲਾਂਕਿ ਮੈਨੂੰ ਬਹੁਤ ਕੁਝ ਪਤਾ ਵੀ ਹੋਊਗਾ, ਪਰ ਮੈਂ ਕਿਸੇ ਤੇ ਇਲਜ਼ਾਮ ਨਹੀਂ ਲਾਉਂਗੀ। ਮੈਂ ਇੰਨੀ ਕੁ ਦੇਖੋ, ਜੇ ਅਸੀਂ ਰੱਬ ਨੂੰ ਮੰਨਦੇ ਆ ਨਾ, ਜੇ ਅਸੀਂ ਰੱਬ ਨੂੰ ਮੰਨਦੇ ਆ ਤੇ ਅਸੀਂ ਰੱਬ ਨੂੰ ਉਹ ਤੁਕਾਂ ਦੋਖ ਰੱਟ ਕੇ ਆਪਾਂ ਉਹ ਅੱਗੇ ਰੱਖਦੇ ਆ, ਉਹ ਗੱਲ ਵੀ ਠੀਕ ਨਹੀਂ ਹੈਗੀ। ਜੇ ਅਸੀਂ ਰੱਬ ਨੂੰ ਮੰਨਦੇ ਆ ਤਾਂ ਅਸੀਂ ਵੀ ਕਿਸੇ ਦੇ ਵੀ ਅਸੀਂ ਬੱਚੀ ਨੂੰ, ਤੈਨੂੰ ਉਹ ਲੱਗਦਾ ਕਿ ਉਹਦੀ ਬੱਚੀ, ਮੈਂ ਦੇਖੋ ਜੀ ਸਰ, ਮੈਂ ਬੇਨਤੀ ਕਰਦੀ ਪ੍ਰਸ਼ਾਸਨ ਨੂੰ, ਮੇਰੀ ਵੱਲੋਂ ਮੈਂ 50,000 ਰੁਪਇਆ ਇਨਾਮ ਦਊਂਗੀ ਜਦੋਂ ਉਹ ਲੜਕੀ ਦੀ ਜਿਹੜੀ ਮਾਂ ਹੈ ਨਾ ਉਹ ਮਿਲ ਜਾਵੇ। ਮੈਂ ਉਹਦੀ ਮਾਂ ਨੂੰ ਲੱਭਣ ਵਾਸਤੇ ਮੈਂ ਬਹੁਤ ਮਤਲਬ ਕਿੱਥੇ ਤੱਕ, ਇਹਨਾਂ ਨੂੰ ਪੁੱਛੋ ਇਹਨਾਂ ਨੇ ਕਿੱਥੇ ਭਾਲ ਕੀਤੀ ਕੁੜੀ ਦੀ। 1.5 ਸਾਲ ਦੇ ਵਿੱਚ ਉਹਦੀ ਮਿਸਿੰਗ ਦੀ ਰਿਪੋਰਟ ਇੱਕ ਨਹੀਂ ਹੋਈ, ਸਿਰਫ ਮੇਰੇ ਰਿਪੋਰਟਾਂ ਹੋਈਆਂ। ਮੈਨੂੰ ਮਤਲਬ ਕਿ ਸਿਰਫ ਮੈਨੂੰ ਹੀ ਰਿਪੋਰਟਾਂ ਦੇ ਕੇ ਮੈਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ, ਹਰ ਇੱਕ ਤਰ੍ਹਾਂ ਮੈਨੂੰ ਪਰੇਸ਼ਾਨ ਕੀਤਾ। ਆਖਰੀ ਵਾਰ ਤੁਹਾਡੇ ਘਰੋਂ ਗਈ ਸੀਗੀ, ਜ਼ਿੰਮੇਵਾਰੀ ਲੱਗਦਾ ਤੁਹਾਡੇ ਤੇ ਸੀ ਸਰ। ਮੇਰੀ ਜ਼ਿੰਮੇਵਾਰੀ, ਮੇਰੀ ਗੱਲ ਸੁਣੋ, 21 ਈਅਰ ਦੀ ਕੁੜੀ ਹੈ, ਸਾਡਾ ਬੱਚਾ ਸਕੂਲ ਨੂੰ ਜਾਂਦਾ, ਸਕੂਲ ਤੋਂ ਕਿਤੇ ਮਿਸ ਹੋ ਜਾਂਦਾ, ਮੈਂ ਪ੍ਰਿੰਸੀਪਲ ਦੇ ਕੇਸ ਕਰ ਦਊਂਗੀ। ਮੈਂ ਪ੍ਰਿੰਸੀਪਲ ਨੂੰ ਮਤਲਬ ਕਿ ਉਹਦੇ ਜਿਹੜੇ ਟੀਚਰ ਹੈਗੇ ਉਹਨਾਂ ਤੇ ਕੇਸ ਕਰ ਦਊਂਗੀ। ਬੱਚਾ 2 ਈਅਰ ਦੀ ਕੁੜੀ ਆ, ਉਹ ਬੱਚੀ ਤਾਂ ਨਹੀਂ ਹੈਗੀ, 10 ਪੜ੍ਹੀ ਉਹ। ਕਿਤੇ ਸਹੀ ਨਾ ਜਾ ਕੇ ਪ੍ਰਿੰਸੀਪਲ ਨੂੰ ਕੁੜੀ ਆਈ। ਮੇਰੀ ਗੱਲ ਸੁਣੋ, ਹਾਂ ਮੈਂ ਪੁੱਛੂੰਗੀ। ਮੈਡਮ ਦਾ ਵੀ ਫਰਜ਼ ਬਣਦਾ ਸੀ ਵੀ ਜੇ ਉਹ ਦੇਖੋ ਸਪੋਰਟ ਕਰ ਰਹੇ ਆ, ਗਰੀਬ ਬੰਦੇ ਸਪੋਰਟ ਕਰ ਰਹੇ ਆ, ਮੈਨੂੰ ਪਤਾ ਆ ਗਰੀਬਾਂ ਦੇ ਮਸੀਹਾ ਆ ਉਹ, ਪਰ ਅਸੀਂ ਕਿਸੇ ਦੇ ਚਿੱਕੜ ਉਛਾਲ ਕੇ ਜਾਂ ਅਸੀਂ ਕਿਸੇ ਨੂੰ ਬਦਨਾਮ ਕਰਕੇ ਆਪਣੀ ਮਸ਼ਹੂਰੀ ਨਹੀਂ ਕਰ ਸਕਦੇ। ਇੱਦਾਂ ਅਸੀਂ ਮਸ਼ਹੂਰ ਨਹੀਂ ਹੋਣ ਲੱਗੇ ਵੀ ਅਸੀਂ ਮਤਲਬ ਸੁਰਖੀਆਂ 'ਚ ਆਉਣਾ। ਤੁਸੀਂ ਚੰਗੇ ਕੰਮ ਕਰਕੇ ਤੁਸੀਂ ਉੱਦਾਂ ਅਖਬਾਰਾਂ ਵਿੱਚ ਆਓ, ਤੁਸੀਂ ਉੱਦਾਂ ਮੀਡੀਆ 'ਤੇ ਅੱਗੇ ਆਓ, ਵਧੀਆ ਕੰਮ ਕਰੋ, ਤੁਸੀਂ ਪਿੰਡ ਦਾ ਸੁਧਾਰ ਕਰੋ। ਤੁਸੀਂ ਹੋਰ ਜੇ ਤੁਸੀਂ ਸੋਸ਼ਲ ਵਰਕ ਕਰ ਰਹੇ ਆ, ਮੈਂ ਉਹਨਾਂ ਨੂੰ ਬੇਨਤੀ ਮੈਂ ਚਲੋ ਠੀਕ ਹੈ, ਉਹ ਤੁਸੀਂ ਜੋ ਤੁਸੀਂ ਇਲਜ਼ਾਮ ਉਹਨਾਂ ਤੇ ਵੀ ਲਗਾ ਰਹੇ ਹੋ, ਉਹਨਾਂ ਨੇ ਤੁਹਾਡੇ ਤੋਂ ਲਵਾਏ, ਤੁਹਾਡਾ ਹੱਕ ਹੈ ਜੋ ਤੁਹਾਡਾ ਨਹੀਂ, ਤੁਸੀਂ ਜੋ ਵੀ ਹੈਗਾ ਹੈ ਨਾ, ਮੈਂ ਉਹ ਸਵਾਲ ਲੈਣਾ ਚਾਹੁੰਦਾ ਕਿਉਂਕਿ ਉਹ ਵੀ ਤੁਹਾਡੇ ਉੱਤੇ ਵੱਡਾ ਇਲਜ਼ਾਮ ਹੈ, ਫਿਰ ਵਿੱਚ ਉਹ ਪੱਖ ਰਹਿ ਨਾ ਜਾਵੇ ਵੀ ਇਮੀਗ੍ਰੇਸ਼ਨ ਵਾਲਾ ਵੀ ਕਹਿੰਦੇ ਵੀ ਉਹ ਲਾਇਸੈਂਸ ਕੁੜੀ ਦੇ ਨਾਂ ਦੇ ਉੱਤੇ ਅਪਲਾਈ ਹੋਣ ਲੱਗਾ। ਉਸ ਗੱਲ ਤੇ ਤੁਹਾਨੂੰ ਮੈਂ ਕਿਹਾ ਨਾ ਵੀ ਉੱਥੇ ਬਾਅਦ ਚ ਆਵਾਂਗੇ, ਜਿੱਦਾਂ ਉਹਨਾਂ ਨੇ ਕੁਐਸਚਨ ਕੀਤੇ ਨਾ, ਜਿਵੇਂ ਗੱਲਾਂ ਕੀਤੀਆਂ, ਮੈਂ ਉਸ ਤਰੀਕੇ ਨਾਲ ਉਹਦੇ ਜਵਾਬ ਦੇਣਾ ਪਸੰਦ ਕਰਦੀ ਹਾਂ। ਠੀਕ ਹੈ, ਉਹਨਾਂ ਨੇ ਪਹਿਲ ਕੀਤੀ, ਐਪਲੀਕੇਸ਼ਨ ਦਿੱਤੀ, ਪਹਿਲਾਂ ਉਹਨਾਂ ਨੇ ਪਹਿਲ ਕੀਤੀ। ਐਪਲੀਕੇਸ਼ਨ ਦਾ ਜ਼ਿਕਰ ਕਰ ਚੁੱਕੇ ਨਾ, ਮੈਂ ਤਾਂ ਕਹਿ ਰਿਹਾ। ਹਾਂਜੀ, ਉਹਨਾਂ ਨੇ ਪਹਿਲਾਂ ਐਪਲੀਕੇਸ਼ਨ ਦਿੱਤੀ, ਫਿਰ ਉਹਨਾਂ ਨੇ ਵੂਮੈਨ ਕਮਿਸ਼ਨ ਨੂੰ ਵੀ ਉਹਨਾਂ ਨੇ ਐਪਲੀਕੇਸ਼ਨ ਦਿੱਤੀ, ਉਹਦੀ ਵੀ ਬਕਾਇਦਾ ਮੇਰੇ ਕੋਲ। ਉਹ ਕਹਿੰਦੇ ਜੀ ਮੇਰੀ ਸੁਣਵਾਈ ਨਹੀਂ ਹੋਈ ਕਿਤੇ ਵੀ ਨਹੀਂ, ਨਾ ਕਿਸੇ ਪੁਲਿਸ ਨੇ ਸੁਣਵਾਈ ਕੀਤੀ, ਨਾ ਮੇਰੀ ਵੂਮੈਨ ਕਮਿਸ਼ਨ ਨੇ। ਉਹ ਮੈਡਮ ਦੇਖੋ ਆਪਣੇ ਉਹ ਆਦਰਨੀ ਹੈ, ਰਿਸਪੈਕਟਡ ਨੇ, ਉਹ ਹਰ ਇੱਕ ਮਸਲੇ ਨੂੰ ਬਹੁਤ ਸੀਰੀਅਸਲੀ ਲੈਂਦੇ ਆ। ਉਹਨਾਂ ਦੀ ਵੀ ਕੰਪਲੇਂਟ ਨਾਲ ਲਗਾਈ ਹੋਆ, ਇਹ ਵੀ ਤੁਸੀਂ ਦੇਖੋ। 3 ਕੰਪਲੇਂਟਾਂ ਦੇ ਕੇ ਬਾਅਦ ਸਾਰੀਆਂ ਇਨਕੁਆਇਰੀਜ਼ ਹੋ ਚੁੱਕੀਆਂ ਨੇ, ਸਭ ਕੁਝ ਹੋ ਚੁੱਕਾ ਜੀ। ਉਹਨਾਂ ਨੇ ਵੂਮੈਨ ਕਮਿਸ਼ਨ ਤੇ ਵੀ ਉਹਨਾਂ ਨੇ ਮਤਲਬ ਕਿ ਉਹਨਾਂ ਨੇ ਇਸ਼ਾਰਾ ਕੀਤਾ ਵੀ ਉਹਨਾਂ ਨੇ ਮੇਰੀ ਸੁਣੀ ਨਹੀਂ, ਤੇ ਮਤਲਬ ਕਿ ਉਹਨਾਂ ਨੇ ਹਰ ਇੱਕ ਚੀਜ਼ ਨੂੰ ਨਹਾਰਨ ਦੀ ਕੋਸ਼ਿਸ਼ ਕੀਤੀ ਆ ਕਿ ਮੇਰੀ ਸੁਣਾਈ ਨਹੀਂ ਹੋਈ। ਤੁਸੀਂ ਸੁਣਾਈ ਕਿੱਦਾਂ ਚਾਹੁੰਦੇ ਸੀਗੇ? ਜਦੋਂ ਕਾਗਜ਼ਾਂ ਦੀ ਲੜਾਈ ਸ਼ੁਰੂ ਹੋ ਗਈ, ਜਦੋਂ ਪੇਪਰਾਂ ਦੀ, ਆਹ ਦੇਖੋ ਸਾਰਾ ਕੁਝ, ਆਹ ਦੇਖੋ ਉਹਨਾਂ ਨੇ ਇੱਥੇ ਆਹ ਦੇਖੋ 3 ਕੰਪਲੇਂਟਾਂ ਦੇ ਕੇ, ਆਹ ਦੇਖੋ ਬਾਅਦ 'ਚ ਉਹ ਵਾਪਸ ਲੈ ਰਿਹਾ ਆ, ਸੋਮਪਾਲ ਵਾਪਸ ਲੈ ਰਿਹਾ। ਦੇਖੋ ਤੁਸੀਂ ਇਹਨੂੰ ਸ਼ੋਅ ਕਰੋ, ਵਾਪਸ ਲੈ ਰਿਹਾ ਜੀ। ਮੈਂ ਹੁਣ SDM ਸਾਹਿਬ ਤੇ ਜਿੱਥੇ ਮੈਨੂੰ ਬੁਲਾਇਆ ਜਾਂਦਾ ਸੀ ਮੈਂ ਜਾਂਦੀ ਸੀ, ਮੈਂ ਇਹ ਕਹਿੰਦੀ ਸੀ ਜੀ ਸਰ ਮੇਰਾ SDM ਸਾਹਿਬ ਦੇ ਕੇਸ ਚੱਲਦਾ ਤੇ ਜੋ SDM ਸਾਹਿਬ ਫੈਸਲਾ ਦੇਣਗੇ ਮੈਨੂੰ ਮਨਜ਼ੂਰ ਆ। ਆ ਦੇਖੋ ਉਹਨਾਂ ਨੇ ਫਿਰ ਇੱਥੇ ਦਰਖਾਸਤਾਂ ਵਾਪਸ ਲਈਆਂ ਤਾਂ ਉਹ ਦੂਜੇ ਪਾਸੇ ਕਹਿ ਰਹੇ ਆ ਮੀਡੀਆ ਅੱਗੇ ਕਿ ਸਾਡੀ ਸੁਣਵਾਈ ਨਹੀਂ ਹੋਈ। ਕੰਪਲੇਂਟਾਂ ਦੇ ਕੇ ਵਾਪਸ ਲੈਣੀਆਂ, ਫਿਰ ਕਹਿੰਦੇ ਸੁਣਵਾਈ ਨਹੀਂ ਹੋਈ। ਇਹ ਤਾਂ ਗੱਲ ਸਮਝ ਤੋਂ ਬਾਹਰ ਹੋ ਗਈ। ਹਾਂਜੀ, ਹੁਣ ਤੁਸੀਂ ਆ ਜਾਓ ਇਮੀਗ੍ਰੇਸ਼ਨ ਤੇ। ਬਈ ਉਹ ਲੜਕੀ ਮੇਰਾ ਇੱਕ ਫੈਮਿਲੀ ਮੈਂਬਰ ਹੈ, ਨਾ ਕਿ ਸਰਵੈਂਟ। ਆਈ ਮੇਰੇ ਕੋਲ ਇੱਕ ਐਜ ਏ ਸਰਵੈਂਟ ਸੀ, ਬਟ ਆਹ ਦੇਖੋ ਉਹਦੇ ਮੈਂ ਵਾਡੇ ਮਨਾਏ ਆ। ਵਾਡੇ ਜੇ ਫਿਰ ਤਾਂ ਇਹ ਵੀ ਅਪਰਾਧ ਆ, ਜੇ ਮੈਂ ਆਪਣੀ ਫਰਮ 'ਚ ਕੁੜੀ ਦਾ ਨਾਂ ਪਾਉਣੀ ਫਿਰ ਤਾਂ ਆ ਵੀ ਬਰਥਡੇ ਮਨਾਉਣੇ ਵੀ ਅਪਰਾਧ ਆ। ਕੁੜੀ ਦਾ ਮੈਂ ਵਾਡੇ ਮਨਾ ਰਹੀ ਹਾਂ, ਇਹ ਵੀ ਅਪਰਾਧ ਆ। ਮੇਰੇ ਇੱਕ ਫੈਮਿਲੀ ਮੈਂਬਰ, ਕੁੜੀ ਮੈਨੂੰ ਫੈਮਿਲੀ ਮੈਂਬਰ ਦੀ ਤਰ੍ਹਾਂ ਮੇਰੇ ਬੈੱਡਰੂਮ 'ਚ ਮੇਰੇ ਨਾਲ ਹੀ ਸੌਂਦੀ ਸੀ। ਮੇਰਾ ਉਹ ਫੈਮਿਲੀ ਮੈਂਬਰ ਆ ਕੁੜੀ। ਅੱਜ ਵੀ ਮੈਂ ਸੀ ਨਹੀਂ ਕਹੂੰਗੀ, ਹੈ, ਕਿਉਂਕਿ ਮੈਂ ਕੁੜੀ ਨੂੰ ਭਾਲ ਰਹੀ ਹਾਂ। ਕੁੜੀ ਕਿੱਥੇ ਆ, ਮੈਂ ਉਹਨੂੰ ਲੱਭ ਰਹੀ ਹਾਂ। ਉਹਦੀ ਲੜਕੀ ਦੀ ਮਾਂ ਮਿਲ ਗਈ ਤੇ ਕੁੜੀ ਮਿਲ ਜਾਣੀ ਆ, ਕਿਉਂਕਿ ਉਹ ਆਪਣੀ ਮਾਂ ਨੂੰ ਲੱਭ ਰਹੀ ਸੀ, ਬਹੁਤ ਪਰੇਸ਼ਾਨ ਸੀ। ਕੁੜੀ ਸਿਰਫ ਆਪਣੀ ਮਾਂ ਦੀ ਹੀ ਭਾਲ ਵਿੱਚ ਸੀ। ਉਹਦਾ ਆਪਣੀ ਮਾਂ ਨਾਲ ਬਹੁਤ ਪਿਆਰ ਸੀ। ਬਾਪ ਨਾਲ ਲੜਾਈ ਕਰ ਲੈਂਦੀ ਸੀ, ਜਦੋਂ ਆਉਂਦਾ ਸੀ ਨਾ ਤਾਂ ਉਹਨੂੰ ਕਹਿੰਦੀ ਸੀ ਵੀ ਤੂੰ ਤੇਰੇ ਬੱਚੇ ਵੱਡੇ ਹੋ ਗਏ ਆ, ਹੁਣ ਸੁਧਰ ਜਾ, ਸ਼ਰਾਬ ਪੀਣੀ ਘਟਾ ਦੇ। ਸ਼ਰਾਬ ਪੀਂਦਾ ਬਕਾਇਦਾ ਉਹ ਡੇਲੀ। ਤੁਹਾਨੂੰ ਰਿਕਾਰਡਿੰਗਾਂ ਬਕਾਇਦਾ ਤੁਸੀਂ ਉਹ ਰਿਕਾਰਡਿੰਗਾਂ ਵਿੱਚ ਲਾਓ ਕਿ ਪ੍ਰਸ਼ਾਸਨ ਨੂੰ ਵੀ ਪਤਾ ਲੱਗੇ, ਲੋਕਾਂ ਨੂੰ ਪਤਾ ਲੱਗੇ ਜਿਹੜੇ ਕਮੈਂਟ ਕਰਦੇ ਆ ਨਾ। ਮੈਡਮ ਹੁਣੀ ਉਹ 'ਚ ਆਪਣਾ ਨੰਬਰ ਪਾਉਂਦੇ ਆ ਵੀ ਮੈਂ ਉਹਦੀ ਹੈਲਪ ਕਰ ਰਹੀ ਹਾਂ। ਤੁਸੀਂ ਹੈਲਪ ਕਰ ਰਹੇ, ਤੁਸੀਂ ਦੂਜਾ ਪੱਖ ਕਿਉਂ ਨਹੀਂ ਸੁਣ ਰਹੇ? ਹਾਂ, ਫਰਮ ਦੇ ਵਿੱਚ ਕੁੜੀ ਦਾ ਨਾਂ ਪਾਇਆ,
ਜਿਹੜਾ ਲਾਇਸੈਂਸ ਦੀ ਗੱਲ ਕਰਦੇ ਆ, ਦੇਖੋ ਮੈਂ ਲੀਗਲ ਕੰਮ ਕੀਤਾ, ਲੀਗਲ ਕੰਮ ਕਰ ਰਹੀ ਹਾਂ, ਉਹਦੇ ਵਿੱਚ ਕੋਈ ਚਿੱਕੜ ਛਾਉਣ ਦੀ ਲੋੜ ਨਹੀਂ ਹੈਗੀ ਕਿ ਲਾਇਸੈਂਸ ਅਪਲਾਈ ਕੀਤਾ ਸੀਗਾ ਤਾਂ ਉਹਦੇ ਵਿੱਚ ਮਤਲਬ ਕਿ ਕੁੜੀ ਦਾ ਨਾਮ ਪਾ ਲਿਆ। ਮੈਨੂੰ ਆਪੇ ਉਹਨੇ ਕੁੜੀ ਨੇ ਕਿਹਾ ਦੀਦੀ ਅਸੀਂ 4 ਪਾਰਟਨਰ ਸੀਗੇ, ਕਹਿੰਦੀ ਦੀਦੀ ਤੁਸੀਂ ਮੈਨੂੰ ਇੱਦਾਂ ਕਰੋ ਮੇਰਾ ਵੀ ਵਿੱਚ ਨਾਮ ਪਾ ਲਓ। ਵੈਸੇ ਉਹਦੀ ਹੈਂਡ ਰਾਈਟਿੰਗ ਕੁੜੀ ਦੀ ਬਹੁਤ ਅੱਛੀ ਆ। ਮੈਂ ਕਿਹਾ ਚਲੋ ਵੀ ਮੈਨੂੰ ਵੀ ਹੋਇਆ, ਮੈਂ ਕਿਹਾ ਚਲੋ ਇਹ ਕੁੜੀ ਲਿਖਤ ਪੜ੍ਹਤ ਵਧੀਆ ਕਰ ਲੈਂਦੀ। ਮੈਂ ਕੁਛ ਵੀ ਪੰਜਾਬੀ 'ਚ ਲਿਖਾਉਣਾ ਹੁੰਦਾ ਸੀ, ਉਹਨੂੰ ਕਹਿੰਦੀ ਸੀਗੀ ਵੀ ਮੈਨੂੰ, ਮੈਂ ਉਹ ਕੁੜੀ ਦਾ ਨਾਮ ਪਿਆਰ ਨਾਲ ਮੈਨੂੰ ਰੱਖਿਆ ਸੀ। ਉਹਦਾ ਕੁੜੀ ਦਾ ਪੱਕਾ ਨਾਂ ਹਰਪ੍ਰੀਤ, ਪਿੰਡ ਦੇ ਵਿੱਚ ਉਹਨੂੰ ਮੰਨੇ ਕਹਿੰਦੇ ਸੀ ਤੇ ਮੈਂ ਉਹਦਾ ਨਾਂ ਮੀਨੂ ਰੱਖਿਆ ਕੁੜੀ ਦਾ। ਤੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਮੀਨੂ, ਮੈਂ ਕਿਹਾ 5 ਪਿਆਰੇ ਹੋ ਜਾਣਗੇ। ਤੁਸੀਂ ਵੀ ਦੇਖੋ ਕੋਈ ਸ਼ੋਅ ਕਰਦਾ ਰੱਬ ਦਾ ਨਾਂ ਲੈਣ ਵਾਸਤੇ ਵੀ ਕਾਗਜ਼ਾਂ 'ਚ ਲਿਆਉਂਦਾ ਜੀ ਮੈਂ, ਤੇ ਹਰ ਕੋਈ ਰੱਬ ਦਾ ਨਾਂ ਲੈਂਦਾ ਆ, ਪਾਪੀ ਵੀ ਲੈਂਦਾ ਰੱਬ ਦਾ ਨਾਂ, ਹੈ ਨਾ। ਠੀਕ ਆ, ਤੁਸੀਂ ਜ਼ਿਆਦਾ ਮੰਨਦੇ ਹੋਵੋਗੇ ਰੱਬ ਨੂੰ, ਮੈਂ ਵੀ ਇਸ ਚੀਜ਼ ਨੂੰ ਮੰਨਦੀ ਹਾਂ, ਰਿਸਪੈਕਟ ਕਰਦੀ ਹਾਂ ਮੈਂ ਉਹਨਾਂ ਦੀ। ਪਰ ਜੋ ਉਹਨਾਂ ਨੇ ਮਤਲਬ ਕਿ ਪਿੱਛੇ ਹੋ ਕੇ ਉਹਨੂੰ ਅੱਗੇ ਕਰਕੇ ਸੋਮਪਾਲ ਨੂੰ, ਉਹ ਗੱਲ ਠੀਕ ਨਹੀਂ ਹੈਗੀ। ਦੇਖੋ ਮੈਂ ਅੱਜ ਵੀ ਉਹ ਅੰਕਲ ਜੋ ਮਰਜ਼ੀ ਮੈਨੂੰ ਕਹਿ ਲਵੇ, ਮੈਂ ਉਹਦਾ ਬੁਰਾ ਨਹੀਂ ਮਨਾਉਂਗੀ। ਪਤਾ ਕਿਉਂ ਨਹੀਂ ਮਨਾਉਂਗੀ? ਕਿਉਂਕਿ ਉਹਨੂੰ ਮੂਹਰੇ ਲਿਆਂਦਾ ਗਿਆ, ਉਹਨੂੰ ਮੈਨੂੰ ਸਿਰਫ ਬਦਨਾਮ ਕਰਨ ਵਾਸਤੇ ਉਹਨੂੰ ਮੂਹਰੇ ਕੀਤਾ ਗਿਆ ਵੀ ਤੇਰੇ ਥਰੂ ਬਦਨਾਮ ਅਸੀਂ ਉਹਨੂੰ ਕਰਦੇ ਹਾਂ। ਪਹਿਲਾਂ ਉੱਦਾਂ ਕੀਤਾ, ਉਹ ਦੀਦੀ ਦੇ ਕੋਲ ਮੈਨੂੰ ਰਿਕਾਰਡਿੰਗਾਂ ਉਹਨਾਂ ਨੇ ਮੈਨੂੰ ਸੈਂਡ ਕਰਤੀਆਂ, ਕਹਿੰਦੇ ਆਹ ਦੇਖ, ਕਹਿੰਦੇ ਉਹ ਜਨਾਨੀ ਕੀ ਕੁਛ ਬੋਲ ਰਹੀ ਆ। ਇਹਨਾਂ ਨੇ ਉਹਨੂੰ ਕਹਿੰਦੇ ਮੈਨੂੰ ਮਿਲ, ਤੂੰ ਮੈਨੂੰ ਮਿਲ, ਤੂੰ ਮੈਨੂੰ ਤਾਂ ਤੁਸੀਂ ਮਿਲ ਨਹੀਂ ਰਹੇ, ਤੁਸੀਂ ਮੇਰੇ ਜਿਹੜੇ ਉਹਨਾਂ ਨੂੰ ਕਿਉਂ ਮਿਲਦੇ ਆ, ਉਹਨਾਂ ਨੂੰ ਕਿਉਂ ਮਿਲ ਰਹੇ ਆ ਤੁਸੀਂ, ਮੈਨੂੰ ਕਿਉਂ ਨਹੀਂ ਮਿਲ ਰਹੇ ਤੁਸੀਂ? ਤੁਹਾਡਾ ਮੈਨੂੰ ਵੀ ਮਿਲਣਾ ਬਣਦਾ ਸੀ, ਇੱਕ ਵਾਰੀ ਮਿਲ ਲੈਂਦੇ ਮੇਰਾ ਗਿਲਾ ਦੂਰ ਹੋ ਜਾਂਦਾ। ਮੈਂ ਫਿਰ ਵੀ ਉਹਨਾਂ 'ਤੇ ਕੋਈ ਗਿਲਾ ਨਹੀਂ ਕੀਤਾ, ਮੈਂ ਨਹੀਂ ਕਰਦੀ ਗਿਲਾ। ਮੇਰੀ ਕੋਈ ਉਹਨਾਂ ਨਾਲ ਦੁਸ਼ਮਣੀ ਆ ਤਾਂ ਮੇਰੇ ਨਾਲ ਸਾਹਮਣੇ ਆ ਕੇ ਗੱਲ ਕਰਨਾ ਪਈ, ਤੂੰ ਮੇਰੇ ਬਾਬਤ ਆਹ ਗੱਲਾਂ ਕਹੀਆਂ। ਹਾਂ, ਇਹ ਮੇਰੀ ਗਲਤੀ ਆ ਕਿ ਮੈਂ ਉਹਨਾਂ ਦੀ ਲੜਕੀ ਨੂੰ ਮਿਲਣ ਚੱਲ ਗਈ, ਸਿਰਫ ਇਹਨਾਂ ਨੂੰ ਮਿਲਣ ਦਾ ਰਸਤਾ ਕੀਤਾ। ਮੈਨੂੰ ਪਤਾ ਨਹੀਂ ਸੀ ਕਿਹੜੇ ਪਿੰਡ ਦੇ ਆ, ਮੈਨੂੰ ਨਹੀਂ ਪਤਾ ਸੀ ਕਿਹੜੇ ਪਿੰਡ ਦੇ ਆ। ਮੈਨੂੰ ਜਿੰਨਾ ਕੁ ਮੈਨੂੰ ਪਤਾ ਲੱਗਾ, ਪੰਚ ਨੇ ਭੇਜਿਆ, ਕਹਿੰਦਾ ਉਹਨਾਂ ਦੀ ਕੁੜੀ ਉੱਥੇ KMB ਪੜ੍ਹਾਉਂਦੀ ਆ, ਉਹਦੇ ਕੋਲ ਚੱਲ ਜਾਓ, ਸਾਡੇ ਪਿੰਡ ਦਾ ਇੱਕ ਮਸਲਾ ਸੀਗਾ। ਪਰ ਕੀਤਾ ਤਾਂ ਉਹਨਾਂ ਨੇ ਵਧੀਆ ਨਹੀਂ ਸੀਗਾ ਬਈ ਕੁੜੀ ਵੱਲੋਂ ਗਏ ਸੀ ਤਾਂ ਮੁੰਡੇ ਵਾਲਿਆਂ ਦੇ ਪੱਖ 'ਚ ਹੋ ਗਏ ਸੀ ਵੀ ਜਿਹੜਾ, ਹਾਂਜੀ ਇਹਦੇ ਬਾਰੇ ਆਪਾਂ ਨਾ ਗੱਲ ਹਾਂਜੀ। ਤੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਮੇਰੇ ਆਦਰ ਨਹੀਂ ਆਇਆ, ਮੈਂ ਉਹਨਾਂ ਦੀ ਰਿਸਪੈਕਟ ਕਰਦੀ ਹਾਂ, ਪਰ ਉਹਨਾਂ ਦਾ ਇੱਕ ਮੇਰੀ ਵਾਰ-ਵਾਰ ਇਹੀ ਬੇਨਤੀ ਆ ਕਿ ਉਹਨਾਂ ਦਾ ਫਰਜ਼ ਬਣਦਾ ਸੀ ਇੱਕ ਵਾਰ ਮੈਨੂੰ ਮਿਲ ਲੈਂਦੇ, ਫੇਰ ਭਾਵੇਂ ਉਹਨਾਂ ਦੇ ਪੱਖ ਦੇ ਵਿੱਚ ਜਿੱਦਾਂ ਮਰਜ਼ੀ ਉਤਰਦੇ, ਜੋ ਮਰਜ਼ੀ ਕਰਦੇ। ਤਾਂ ਤੁਹਾਡਾ ਨਾਂ ਗੁਰਦੀਪ ਕੌਰ, ਤੁਹਾਡਾ ਨਾਂ ਤਾਂ ਇਹਨਾਂ ਦੇ ਵੱਲੋਂ ਮਾਫ ਕਰਨਾ ਕੀ ਨਾਂ? ਨਵਦੀਪ ਕੌਰ। ਨਵਦੀਪ ਕੌਰ ਦੇ ਵੱਲੋਂ ਜਿਹੜੇ ਵੀ ਇਹਨਾਂ ਦੇ ਉੱਤੇ ਇਲਜ਼ਾਮ ਲੱਗੇ ਸੀ, ਸਾਫ਼ ਤੌਰ ਦੇ ਉੱਤੇ ਉਹਨਾਂ ਨੂੰ ਬੇਬੁਨਿਆਦ ਦੱਸਿਆ। ਕਹਿੰਦੇ ਕਿਸੇ ਦੇ ਦਬਾਅ ਦੇ ਵਿੱਚ ਜਿਹੇ ਇਲਜ਼ਾਮ ਸਾਡੇ ਉੱਤੇ ਲੱਗ ਰਹੇ ਨੇ, ਮੈਂ ਉਹਨੂੰ ਧੀ ਬਣਾਇਆ ਸੀ, ਕਹਿੰਦੇ ਮੈਂ ਖੁਦ ਕੋਸ਼ਿਸ਼ ਕਰ ਰਹੀ ਹਾਂ ਉਹਨੂੰ ਲੱਭਣ ਦੀ। ਇੱਕ ਵੀਰ ਵੀ ਸਾਡੇ ਨਾਲ ਨੇ, ਇਹਨਾਂ ਦੇ ਬ੍ਰਦਰ ਨੇ, ਇਹਨਾਂ ਦੇ ਥਰੂ ਹੀ ਜਿਹੜੀ ਸਾਰੀ ਗੱਲਬਾਤ ਹੋਈ ਸੀ ਪਹਿਲਾਂ। ਭਾਜੀ ਕੀ ਨਾਂ ਤੁਹਾਡਾ? ਮੇਰਾ ਜੀ ਪ੍ਰਦੀਪ ਹੈ ਜੀ। ਪ੍ਰਦੀਪ ਜੀ ਕਿੱਥੇ ਦੇ ਰਹਿਣ ਵਾਲੇ? ਮੈਂ ਬੇਸਿਕਲ ਇੱਥੇ ਸਾਨੂੰ 20 ਸਾਲ ਹੋ ਗਏ ਜੀ ਜਲੰਧਰ ਰਹਿੰਦੇ ਨੂੰ। ਬੈਕਗਰਾਉਂਡ ਸਾਡੀ ਹੈਗੀ ਹੈ ਜੀ ਮੁਚਰੋਵਾਲ ਜੀ। ਅੱਛਾ, ਤੁਸੀਂ ਉਸ ਕੁੜੀ ਨੂੰ ਆਪਣੀ ਸਿਸਟਰ ਦੇ ਕੋਲ ਲੈ ਕੇ ਗਏ ਜੀ? ਮੈਂ ਗੱਲ ਕਰਾਈ ਆ ਬਾਈ ਜੀ, ਇਹ ਗੱਲ ਸੱਚ ਆ। ਅਸਲ ਦੇ ਵਿੱਚ ਸਾਡੀ ਸਿਸਟਰ, ਉਹਨਾਂ ਦੇ ਥੋੜੀ ਜਿਹੀ ਪ੍ਰੋਬਲਮ ਆ ਗਈ ਸੀ, ਇਹਨਾਂ ਦਾ ਐਕਸੀਡੈਂਟ ਹੋ ਗਿਆ, ਬਾਂਹ ਦੇ ਉੱਤੇ ਇਹਨਾਂ ਦੇ ਐਕਸੀਡੈਂਟ ਹੋਇਆ ਸੀ ਤੇ ਡਿਸਕ ਦੀ ਪ੍ਰੋਬਲਮ ਆ ਗਈ ਸੀ ਇਹਨਾਂ ਨੂੰ ਥੋੜੀ ਜੀ। ਤੇ ਉਸ ਸਿਲਸਿਲੇ ਦੇ ਵਿੱਚ ਮੈਂ ਇਹਨਾਂ ਦੇ ਕੋਲ ਗਿਆ ਤੇ ਇਹਨਾਂ ਨੇ ਮੈਨੂੰ ਦੱਸਿਆ ਕਿ ਇਦਾਂ ਕਰਕੇ ਪ੍ਰਦੀਪ ਮੈਨੂੰ ਘਰ ਦੇ ਵਿੱਚ ਨਾ ਕੋਈ ਕੁੜੀ ਚਾਹੀਦੀ ਜਿਹੜੀ ਮੇਰੇ ਕੱਪੜੇ ਬਦਲਾ ਸਕੇ ਜਾਂ ਮੇਰੇ ਟੇਕ ਕੇਅਰ ਕਰ ਸਕੇ। ਤੇ ਇੱਥੇ ਆਪਣੇ ਲੋਕਲ ਇੱਥੇ ਜਲੰਧਰ ਦੀ ਕੋਈ ਕੁੜੀ ਰਖਾਈ ਇਹਨਾਂ ਨੇ 1-2 ਦਿਨ, ਉਹਨਾਂ ਨੂੰ ਨਹੀਂ ਚੰਗਾ ਲੱਗਾ ਕਿ ਕਹਿੰਦੇ ਕੋਈ ਵਿਸ਼ਵਾਸ ਵਾਲੀ ਹੋਣੀ ਚਾਹੀਦੀ ਹੈ ਕਿ ਘਰ ਦਾ ਸਾਰਾ ਸਮਾਨ ਉਹਦੇ ਜ਼ਿੰਮੇਵਾਰੀ ਛੱਡਣੀ, ਤੁਹਾਨੂੰ ਵੀ ਪਤਾ। ਤੇ ਉਸ ਵੇਲੇ ਮੈਂ ਪਿੰਡ ਗਿਆ ਜੀ, ਮੈਂ ਪਿੰਡ ਜਾ ਕੇ ਮੈਂ ਕਿਹਾ ਕੋਈ ਗੱਲ ਨਹੀਂ ਭੈਣ, ਮੈਂ ਕਿਤੋਂ ਨਾ ਕਿਤੋਂ ਪਤਾ ਕਰਕੇ ਦੇਖਦਾ ਜੇ ਕਿਤੇ ਗੱਲ ਬਣ ਜਾਵੇ। ਤੇ ਮੈਨੂੰ ਵਿਸ਼ਵਾਸ ਸੀ ਕਿ ਮੈਂ ਕਿਹਾ ਚਲੋ ਪਿੰਡ ਦੇ ਵਿੱਚ ਜਾਂਦਾ, ਕੋਈ ਪਿੰਡ ਦੇ ਵਿੱਚ ਕੋਈ ਮਿਲ ਜੂਗਾ, ਕੋਈ ਭੈਣ ਭਰਾ ਕੋਈ ਮਿਲ ਜੂਗਾ। ਤੇ ਮੈਂ ਆਪਣੇ ਦਾਦਾ ਜੀ ਨਾਲ ਗੱਲ ਕੀਤੀ, ਕਹਿੰਦੇ ਇੱਦਾਂ ਦਾ ਕਰਕੇ ਉਹਨਾਂ ਨੇ ਇਹ ਸੋਮਪਾਲ ਜੀ ਦਾ ਮੈਨੂੰ ਬਾਰੇ ਦੱਸਿਆ। ਤੇ ਮੈਂ ਕਿਹਾ ਪਾਪਾ ਜੀ ਤੁਸੀਂ ਗੱਲ ਕਰੋ। ਉਹਨਾਂ ਨੇ ਗੱਲ ਕੀਤੀ ਤੇ ਇਹਨਾਂ ਨੇ ਇੱਕ ਕੁੜੀ ਇਹਨਾਂ ਦੇ ਪਹਿਲਾਂ ਵੀ ਜਲੰਧਰ ਕੰਮ ਕਰਦੀ ਸੀ, ਜਿਹੜੀ ਇਸ ਵੇਲੇ ਭੋਗਪੁਰ ਵਿਆਹੀ ਆ ਜੀ। ਤੇ ਮੈਨੂੰ ਫਿਰ ਵਿਸ਼ਵਾਸ ਹੋ ਗਿਆ, ਮੈਂ ਕਿਹਾ ਮੈਨੂੰ ਲੱਗ ਗਿਆ ਕਿ ਗੱਲ ਬਣ ਜਾਣੀ, ਕਿਉਂਕਿ ਪਹਿਲਾਂ ਵੀ ਇੱਕ ਕੁੜੀ ਕੰਮ ਕਰਦੀ ਹੈ ਕਿ ਇਹ ਵੀ ਹੋਊਗੀ। ਦੋਨੀ ਭੈਣਾਂ ਉੱਥੇ ਚਲੋ ਜਲੰਧਰ ਆਉਂਦੀਆਂ ਜਾਂ ਮਿਲ ਲੂਗੀਆਂ, ਆਉਂਦੀ ਜਾਂਦੀ ਰਹੀ। ਜਿਹੜੀ ਕੁੜੀ ਭੋਗਪੁਰ ਵਿਆਹੀ ਆ ਉਹ ਖੁਦ ਸਿਸਟਰ ਉਹਨਾਂ ਕੋਲ ਆਉਂਦੀ ਜਾਂਦੀ ਰਹੀ ਹੈ। ਜਿਹੜੀ ਬੰਗਲੌਰ ਆ ਉਹ ਵੀ ਆਉਂਦੀ ਜਾਂਦੀ ਰਹੀ ਹੈ। ਜਿਹੜਾ ਇਹ ਲੜਕਾ ਆ, ਇਹ ਜਿਹਨੂੰ ਕਹਿੰਦੇ ਸਤਨਾਮ ਤੋਤਾ, ਇਹ ਵੀ ਖੁਦ ਇੱਥੇ ਦੀਦੀ ਹੁਣਾਂ ਕੋਲ ਮਹੀਨਾ ਹਫਤਾ ਰਹਿ ਕੇ ਜਾਂਦਾ ਰਿਹਾ। ਇੱਥੇ ਤੱਕ ਕਿ ਈਵਨ ਤੁਸੀਂ ਉਹਨੂੰ ਲੈ ਕੇ ਆਏ ਸੀ ਜਿਹੜੀ ਕੁੜੀ ਮਿਸਿੰਗ? ਸਾਰੀ ਗੱਲ ਦੱਸਦਾ, ਮੇਰੀ ਗੱਲ ਸੁਣੋ ਤੁਸੀਂ। ਤੇ ਆ ਕੇ ਇੱਥੇ ਉਹ ਮੁੰਡਾ ਵੀ ਰਹਿੰਦਾ ਰਿਹਾ, ਕਈ ਵਾਰ ਉਹਨੇ ਦੀਦੀ ਹੁਣਾਂ ਸਮੋਸੇ ਬਣਾ ਕੇ ਖਿਲਾਉਣੇ, ਖਾਣੇ ਵੀ ਆਪ। ਇਹਨਾਂ ਦਾ ਇੱਕ ਪਰਿਵਾਰ ਵਾਂਗੂ ਇਹਨਾਂ ਦਾ ਰਿਸ਼ਤਾ ਸੀ ਹੀ ਪਰਿਵਾਰ ਵਾਂਗੂ, ਕੋਈ ਇਦਾਂ ਦੀ ਗੱਲਬਾਤ ਨਹੀਂ ਸੀ। ਦੇਖੋ ਜੀ ਗੱਲ ਇਦਾਂ, ਸਾਨੂੰ ਤਾਂ ਇਸ ਗੱਲ ਦਾ ਇਹ ਆ ਕਿ ਜ਼ਰੂਰ ਕੋਈ ਨਾ ਕੋਈ ਇਹਦੇ ਵਿੱਚ ਰਾਜ ਆ ਜਾਂ ਕਿਸੇ ਨੇ ਇਹ ਦੁਸ਼ਮਣੀ ਕੱਢਣ ਵਾਸਤੇ ਕੀਤਾ ਆ, ਕਿਉਂਕਿ ਉਹ ਸਾਡੇ ਘਰ ਦਾ ਉਹਨਾਂ ਨੂੰ ਪੂਰਾ ਭੇਦ ਸੀ, ਘਰ ਦਾ ਪੂਰਾ ਭੇਦ ਸੀ। ਉਹ ਆਉਂਦੇ ਜਾਂਦੇ ਸੀ, ਕੋਸ਼ਿਸ਼ ਕੀਤੀ। ਇੱਕ ਗਰੀਬੀ ਦਾ ਉਹਨੂੰ ਦਾਵਾ ਦੇ, ਗਰੀਬੀ ਸੀ ਕੁਛ। ਦੇਖੋ ਜੀ ਲਾਲਚ ਦੇਣ ਦੀ ਕੋਈ ਨਾ ਕੁਛ ਹੈ। ਇਹ ਕਹਿੰਦੇ ਕਿ ਹਾਲਾਤ ਕਦੀ ਵੀ ਬੰਦੇ ਸੁਧਰ ਜਾਂਦੇ ਆ ਜੇ ਨੀਤਾਂ ਸਾਫ਼ ਹੋਣ।
ਇਹ ਕਹਿੰਦੇ ਕਿ ਘਰ ਦੀ ਗਰੀਬੀ ਹੈ ਜੀ। ਜਿਸ ਵੇਲੇ ਮੈਂ ਕੁੜੀ ਲੈ ਕੇ ਆਇਆ ਉਸ ਵੇਲੇ ਇੱਕ ਕੁੜੀ ਇਹਦੀ ਭੋਗਪੁਰ ਆਪਣੇ ਭੋਗਪੁਰ ਵਾਲੀ ਇੱਥੇ ਜਲੰਧਰ ਕੰਮ ਕਰਦੀ ਸੀ। ਇਹਦਾ ਬਾਪ ਆਪ ਖੁਦ ਕੰਮ ਕਰਦਾ ਸੀ। ਇਹਦੀ ਹਰਪ੍ਰੀਤ ਦੇ ਸਿਸਟਰ ਉਹਨਾਂ ਕੋਲ ਕੰਮ ਕਰਨ ਲੱਗ ਪਏ ਸੀ। ਮਾਂ ਈਵਨ ਮਾਂ ਵੀ ਕੰਮ ਕਰਦੀ। 4 ਜਣੇ ਘਰ ਦੇ ਕੰਮ ਕਰਦੇ ਹੋਣ ਤੇ ਘਰ ਦੀ ਛੱਤ ਨਾ ਪਵੇ, ਉਹਦੇ ਵਿੱਚ ਕੁਝ ਨਾ ਕੁਝ ਤਾਂ ਗੱਲ ਹੋਊਗੀ। ਠੀਕ ਹੈ ਜੀ। ਜਿਹੜੀ ਕੁੜੀ ਇਹ ਕਹਿੰਦੇ ਘਰ ਦੀ ਗਰੀਬੀ, ਉਹ ਜਿਹੜੀ ਕੁੜੀ ਬੰਗਲੌਰ ਬਾਈ ਏਅਰ ਉਹ ਆਉਂਦੀ ਹੈ ਇੱਥੇ ਮਿਲਣ ਵਾਸਤੇ ਇਹਨਾਂ ਨੂੰ। ਠੀਕ ਹੈ ਜੀ। ਬਾਈ ਏਅਰ ਆਉਂਦੀ ਹੈ ਇੱਥੇ। ਅੱਛਾ ਜੀ, ਜੇ ਘਰ ਦੀ ਕਹਿੰਦੇ ਛੱਤ ਨਹੀਂ ਪਈ ਆ, ਮੈਨੂੰ ਇਹ ਦੱਸੋ ਤੂੰ ਸ਼ਰਾਬ ਪੀਣੀ ਛੱਡ ਦੇ ਭਾਈ ਸ਼ਖਸ਼ਾ। 500 ਰੁਪਈਆ ਦਿਹਾੜੀ ਤੇ ਜਾਂਦਾ ਇਹ ਬੰਦਾ, ਤੂੰ ਸ਼ਰਾਬ ਪੀਣੀ ਛੱਡ ਦੇ। ਠੀਕ ਹੈ। ਜੇ ਮੈਂ ਇਹ ਨਹੀਂ ਕਹਿੰਦਾ ਕਿ ਠੀਕ ਹੈ, ਕੁੜੀ ਕਰਕੇ ਕੁੜੀ ਨੇ ਵੀ ਇੱਕ ਦੋ ਮੈਨੂੰ ਇਹ ਦੱਸਿਓ, ਜਦੋਂ ਤੁਸੀਂ ਕੁੜੀ ਲੈ ਕੇ ਆਏ ਕੁੜੀ ਦੀ ਉਮਰ ਕਿੰਨੀ ਸੀ ਉਦੋਂ? ਪੜ੍ਹਦੀ ਸੀ? ਭਾਜੀ ਇਦਾਂ ਹੈ ਕਿ ਕੁੜੀ ਨੇ 10ਵੀਂ ਕਰ ਲਈ ਸੀ। ਠੀਕ ਹੈ ਜੀ। 2013 'ਚ ਕੀਤੀ। ਉਸ ਤੋਂ ਬਾਅਦ ਪਿੰਡ ਦੇ ਵਿੱਚ ਸਰਕਾਰੀ ਸਕੂਲ ਹੈ, ਕੋਈ ਮੈਡਮ ਹੋਣੀ, ਉਹਨਾਂ ਕੋਲ ਮੈਨੂੰ ਨਹੀਂ ਪਤਾ। ਦੇਖੋ ਮੈਂ ਐਵੇਂ ਕਹੀ ਜਾਵਾਂ, ਮੈਨੂੰ ਨਹੀਂ ਪਤਾ ਹੈਗਾ ਕਿ ਉੱਥੇ ਕਿੰਨਾ ਚਿਰ ਕੰਮ ਕੀਤਾ, ਪਰ ਇੰਨਾ ਮੈਨੂੰ ਜ਼ਰੂਰ ਪਤਾ ਲੱਗਾ ਕਿਉਂਕਿ ਕੁੜੀ ਦੇ ਨਾਲ ਮੈਂ ਇੱਥੇ ਸਿਸਟਰ ਉਹਨਾਂ ਕੋਲ ਆਉਂਦਾ ਜਾਂਦਾ ਹੁੰਦਾ ਸੀ ਤੇ ਸਾਡਾ ਭੈਣ ਭਰਾ ਵਾਲਾ ਰਿਸ਼ਤਾ ਸੀ। ਠੀਕ ਹੈ ਜੀ। ਉਹਨੇ ਮੈਂ ਉਹਨੂੰ ਗੱਲਬਾਤ ਜਿੱਦਾਂ ਮਜ਼ਾਕ ਵੀ ਕਰ ਲੈਣਾ, ਕਈ ਵਾਰ ਖੁੱਲ੍ਹ ਕੇ ਗੱਲਬਾਤ ਵੀ ਕਰ ਲੈਣੀ ਭੈਣ ਦੇ ਉਹ ਗੁੜੀਆ ਦੇ ਨਾਲ। ਮੈਂ ਕਿਹਾ ਮੈਨੂੰ ਇਦਾਂ ਦਾ ਕਰਕੇ ਮੈਨੂੰ ਪਤਾ ਲੱਗਾ ਕਿ ਪਿੰਡ ਕਿ ਇਦਾਂ ਦਾ ਉਹ ਮੈਡਮ ਲੱਭਦੀ ਫਿਰਦੀ ਆ ਕਿ ਤੈਨੂੰ। ਕਹਿੰਦੀ ਭਾਜੀ ਮੇਰਾ ਡੈਡੀ ਹੈ ਨਾ ਇਦਾਂ ਕਰਕੇ ਗੱਲ ਹੋਈ ਹੈ ਕਿ ਮੇਰੇ ਡੈਡੀ ਨੇ ਨਾ ਮੈਡਮ ਨੂੰ ਬੋਲਿਆ ਝੂਠ। ਮੈਂ ਕੀ ਝੂਠ ਬੋਲਿਆ? ਕਹਿੰਦੀ ਉੱਥੇ ਨਾ ਇਹ ਤੁਹਾਡੇ ਨਾਲ ਗੱਲ ਕਰ ਲਈ ਆ ਕਿ ਮੈਂ ਜਲੰਧਰ ਇੱਥੇ ਰਖਾਉਣ ਵਾਸਤੇ ਕਿ ਤੁਹਾਡੇ ਨਾਲ ਗੱਲ ਕਰ ਲਈ, ਮੈਨੂੰ ਪਤਾ ਵੀ ਨਹੀਂ। ਤੇ ਉੱਥੋਂ ਮੈਨੂੰ ਕਹਿੰਦੀ ਇਹ ਲੈ ਕੇ ਆਇਆ, ਸ਼ਾਮ ਨੂੰ ਲੈ ਕੇ ਆਇਆ ਕਿ ਤੇਰੀ ਮੰਮੀ ਬਹੁਤ ਬਿਮਾਰ ਹੈ, ਚੱਲ ਤੇਰੀ ਮੰਮੀ ਬਹੁਤ ਬਿਮਾਰ ਹੈ ਜੀ। ਠੀਕ ਹੈ ਜੀ। ਉਹ ਕਹਿ ਕੇ ਝੂਠ ਬੋਲ ਕੇ ਇਹਨਾਂ ਸਿਸਟਰ ਉਹਨਾਂ ਕੋਲ ਲਵਾਇਆ। ਚਲੋ ਉਸ ਤੋਂ ਬਾਅਦ ਤੋਂ ਭਾਜੀ ਦੇਖੋ ਜੀ ਅੱਜ ਤੱਕ ਕੁੜੀ ਦਾ ਮੁੱਦਾ ਚੱਕਣ ਦੇ ਕੁੜੀ ਕਿੱਥੇ ਆ। ਮੈਂ ਇਹ ਗੱਲ ਕਹਿੰਦਾ ਕਿ ਜੇ ਕੁੜੀ ਦੀ ਮਾਂ ਦਾ ਪਤਾ ਲੱਗ ਜਾਵੇ ਸ਼ਾਇਦ ਸਾਨੂੰ ਕੁੜੀ ਦਾ ਵੀ ਪਤਾ ਲੱਗ ਜਾਵੇ। ਕੁੜੀ ਦੇ ਕੰਪਲੇਂਟਾਂ ਹੋ ਰਹੀਆਂ, ਕੁੜੀ ਦੇ ਕੇਸ ਚੱਲਣ ਦੇ ਮੁੱਦੇ ਚੱਕਰ ਹੋਣ ਦੇ ਗੱਲ ਕਿ ਉਹਦੀ ਮਾਂ ਦਾ ਕਿਉਂ ਨਹੀਂ ਅਜੇ ਤੱਕ ਪਤਾ ਲੱਗਣ ਦਿਆ। ਬਾਕੀ ਇਹ ਕਹਿੰਦਾ ਉਹ ਇਹ ਤੋਂ ਪਹਿਲਾਂ ਜਾਂਦੀ ਆ, ਉਹਦੀ ਕੋਈ ਕੰਪਲੇਂਟ ਨਹੀਂ, ਕੋਈ ਗੁੰਮਸ਼ੁਦਾ ਨਹੀਂ, ਕੋਈ ਕੁਛ ਨਹੀਂ ਕਿ ਇੱਥੇ ਤੱਕ ਕਿ ਇਹਦੇ ਬਾਪ ਨੇ ਦੇਖੋ ਬੱਚਿਆਂ ਨੂੰ ਜਨਮ ਤੇ ਮਾਂ ਨੇ ਦਿੱਤਾ। ਇਹ ਕਹਿੰਦੇ ਕਿ ਛੋਟੇ ਹੁੰਦੇ ਮਰ ਗਈ। ਕੋਈ ਪ੍ਰੂਫ ਕਰੋ ਪਿੰਡ ਦੇ ਵਿੱਚ ਕਿਸੇ ਮੋਹਤਬਾਰ ਬੰਦੇ ਨੂੰ ਪੁੱਛੋ ਕਦੋਂ ਮਰੀ ਤੇ ਕਿੱਥੇ ਮਰੀ। ਠੀਕ ਹੈ ਜੀ। ਇੱਕ ਤਾਂ ਇਹ ਝੂਠ ਆ। ਦੂਸਰਾ ਕਹਿੰਦਾ ਕਿ ਮੇਰੀਆਂ ਦੋਨੀ ਲੜਕੀਆਂ ਦੀ ਸ਼ਾਦੀ ਹੋ ਚੁੱਕੀ, ਉਹ ਕੰਪਲੇਂਟ ਦੇ ਵਿੱਚ ਕਿਹਾ। ਤੁਹਾਨੂੰ ਫਿਰ ਕਹਿਤਾ ਕਿ ਉਹ ਪਾਰਲਰ ਤੇ ਕੰਮ ਕਰਦੀ। ਕਹਿੰਦੀਆਂ 3 ਕੁੜੀਆਂ ਜਾਂ 4 ਕੁੜੀਆਂ? 3 ਕੁੜੀਆਂ ਦੀ ਗੱਲ ਹੋਈ ਹੈ ਕਿ ਮੇਰੀਆਂ 3 ਕੁੜੀਆਂ ਤੇ ਇੱਕ ਲੜਕਾ। ਇੱਕ ਕੁੜੀ ਆਪਣੇ ਕੰਮ ਕਰ ਮੈਰਿਜ ਹੋਈ ਉਹਦੀ ਭੋਗਪੁਰ, ਇੱਕ ਕੁੜੀ ਬੰਗਲੌਰ ਆ, ਇੱਕ ਕੁੜੀ ਹਰਪ੍ਰੀਤ ਹੈ ਜਿਹਦਾ ਕੁਛ ਹਜੇ ਤਾਈਂ ਦਾ ਪਤਾ ਨਹੀਂ ਹੈਗਾ। ਤੇ ਫਿਰ ਚੌਥੀ ਕੁੜੀ ਕਿਹੜੀ ਹੈ ਜਿਹੜੀ ਵਿਆਹ ਹੋ ਗਈ ਹੈ ਜੀ। ਠੀਕ ਹੈ ਜੀ। ਫਿਰ ਉਹ ਕਹਿੰਦੇ ਉੱਥੇ ਝੂਠ ਇਹ ਕਹਿਣ ਲੱਗੇ ਕਿ ਉਹ ਪਾਰਲਰ ਦਾ ਕੰਮ ਕਰਦੀ ਹੈ ਜੀ। ਕਈ ਭੈਣ ਮੈਂ ਨਹੀਂ ਚਾਹੂੰਗਾ ਕਿਸੇ ਹੋਰ ਦੂਸਰੀ ਧੀ ਦੀ ਵੀ ਆਪਾਂ ਗੱਲ ਕਰੀਏ ਜਿਹੜੀ ਮਿਸਿੰਗ ਦੇ ਉੱਤੇ ਸਾਰਾ ਮਾਮਲਾ ਚੱਲ ਰਿਹਾ ਉਹੀ ਦੱਸੋ। ਦੂਜੀ ਜਿਹੜੀ ਗੱਲ ਮੈਂ ਤੁਹਾਡੇ ਤੋਂ ਸਵਾਲ ਪੁੱਛਿਆ ਸੀ ਉਮਰ ਦਾ, ਉਦੋਂ ਉਮਰ ਕਿੰਨੀ ਸੀ ਕੁੜੀ ਦੀ? ਮੈਨੂੰ ਦੇਖੋ ਜੀ ਉਮਰ ਦਾ ਕੁਝ ਨਹੀਂ ਪਤਾ। ਠੀਕ ਹੈ ਜੀ। ਮੈਂ ਐਵੇਂ ਕਹੀ ਜਾਵਾਂ ਮੈਨੂੰ ਪਤਾ ਹੀ ਨਹੀਂ ਹੈਗਾ। ਮੈਨੂੰ ਇੰਨਾ ਪਤਾ ਕਿ 10 ਪੜ੍ਹੀ ਆ, ਉਹ ਤੋਂ ਪਹਿਲਾਂ ਕਿਸੇ ਦੇ ਘਰ ਕੰਮ ਕਰਦੀ ਸੀ, ਮੈਂ ਜਾ ਕੇ ਗੱਲ ਕਰਾਤੀ। ਠੀਕ ਹੈ ਜੀ। ਉਸ ਤੋਂ ਬਾਅਦ 'ਚ ਉਹ ਕਹਿੰਦਾ ਕਿ ਪਿੰਡ ਦੇ ਵਿੱਚ ਮੇਰੇ ਨਾਲ ਕੋਈ ਤੁਰਿਆ ਨਹੀਂ। 750 ਉੱਥੇ ਆਬਾਦੀ ਹੈ, ਤੁਸੀਂ ਵੀ ਗਏ ਆ, ਤੁਹਾਡਾ ਵੀ ਫਰਜ਼ ਬਣਦਾ ਸੀ ਕਿ ਪਿੰਡ ਦੇ ਵਿੱਚ ਗਏ ਆ ਕਿ ਹਾਂਜੀ ਜੀ ਤੁਸੀਂ। ਜਦੋਂ ਉਹਨੇ ਇਹ ਗੱਲ ਕਹੀ ਕਿ ਪਿੰਡ ਦੇ ਕਿਸੇ ਮੋਹਤਬਾਰ ਕੋਈ ਵੀ ਬੰਦੇ ਨੇ ਮੇਰੀ ਸੁਣਵਾਈ ਨਹੀਂ ਕੀਤੀ, ਤੁਹਾਡਾ ਵੀ ਸਵਾਲ ਬਣਦਾ ਸੀ ਕਿ ਹਾਂਜੀ ਪਿੰਡ ਦੇ ਬੰਦੇ ਦੇ ਕਿਸੇ ਮੋਹਤਬਾਰ ਨੂੰ ਕਿ ਭਾਈ ਸ਼ਖਸ਼ਾ ਕੀ ਗੱਲ ਤੂੰ ਇਸ ਬੰਦੇ ਨਾਲ ਕਿਉਂ ਨਹੀਂ ਤੁਰ ਰਿਹਾ, ਕੀ ਗੱਲ ਆ? ਇਹ ਗੱਲ ਇਹ ਆ ਕਿ ਇਲਜ਼ਾਮ ਜਿਹੜੇ ਸੀਗੇ ਜਿਹੜੀ ਉਹਦੇ ਵਿੱਚ ਖਬਰ ਸੀਗੀ ਕੁੜੀ ਦੇ ਲਾਪਤਾ ਦੀ ਹੀ, ਉਹਦੇ ਸੰਬੰਧੀ ਤੁਹਾਡੇ ਨਾਲ ਸੰਪਰਕ ਕੀਤਾ, ਤੁਹਾਡਾ ਪੱਖ ਜਾਣਨ ਦੇ ਲਈ ਐਂਡ ਦੇ ਵਿੱਚ ਬੋਲਿਆ ਵੀ ਜੇ ਕੋਈ ਸਾਡੇ ਨਾਲ ਰਾਬਤਾ ਕਾਇਮ ਕਰਨਾ ਚਾਹੁੰਦਾ ਤੇ ਕਰ ਸਕਦੇ ਹੋ, ਔਰ ਤੁਸੀਂ ਰਾਬਤਾ ਕਾਇਮ ਕੀਤਾ ਤੇ ਆਪਾਂ ਤੁਹਾਡੇ ਨਾਲ ਕੀਤਾ। ਠੀਕ ਹੈ ਜੀ। ਆਪਾਂ ਨੂੰ ਜੋ ਉਹਨਾਂ ਦੇ ਬਿਆਨ ਉਹ ਤੁਸੀਂ ਵੀ ਸੁਣੇ ਹੋ। ਠੀਕ ਹੈ ਜੀ। ਤੁਹਾਡੇ ਦੋਨਾਂ ਤੇ ਇਲਜ਼ਾਮ ਲੱਗੇ, ਤੁਹਾਨੂੰ ਪੱਖ ਰੱਖਣ ਲਈ ਮੌਕਾ ਦਿੱਤਾ। ਜੇ ਤੁਸੀਂ ਕਿ ਪਿੰਡ ਦਾ ਮੋਹਤਬਾਰ ਬੰਦਾ ਕਿਉਂ ਨਹੀਂ ਤੁਰਿਆ। ਦੇਖੋ ਜੀ ਜਦੋਂ ਇਹਨੇ ਐਸਡੀਐਮ ਦੇ ਸਾਹਿਬ ਦੇ ਉੱਥੇ ਕੰਪਲੇਂਟ ਦਿੱਤੀ, ਉਹਨਾਂ ਨੇ ਕਿਹਾ ਕਿ ਇਦਾਂ ਕਰਕੇ ਪੱਖ ਇਹਨਾਂ ਦਾ ਸੁਣਿਆ। ਅਸੀਂ ਵੀ ਆਪਣਾ ਪੱਖ ਰੱਖਿਆ ਕਿ ਸਾਰੇ ਜਿਹੜੀ ਕੰਪਲੇਂਟ ਹੈਗੀ ਝੂਠੀ ਆ। ਇਹਨੇ ਉਸ ਕੰਪਲੇਂਟ ਝੂਠੀ ਨੂੰ ਸਾਬਤ ਕਰਨ ਵਾਸਤੇ, ਸੱਚ ਕਰਨ ਵਾਸਤੇ ਇੱਕ ਐਪਲੀਕੇਸ਼ਨ ਲਈ। ਐਪਲੀਕੇਸ਼ਨ ਲੈ ਕੇ ਪਿੰਡ ਦੇ ਮੋਹਤਬਾਰ ਬੰਦਿਆਂ ਦੇ ਕੋਲ ਗਿਆ। ਦੇਖੋ ਜੀ ਕੋਈ ਵੀ ਬੰਦਾ ਝੂਠੇ ਕੇਸ 'ਚ ਨਹੀਂ ਫਸਣਾ ਚਾਹੁੰਦਾ। ਠੀਕ ਹੈ ਜੀ। ਉਹ ਮੋਹਤਬਾਰ ਬੰਦੇ ਆ, ਪਿੰਡ ਦੇ ਸਰਪੰਚ ਹੈ ਜੀ, ਉਹਨਾਂ ਕੋਲ ਗਿਆ। ਉਹਨਾਂ ਨੇ ਜਦੋਂ ਕੰਪਲੇਂਟ ਪੜ੍ਹੀ ਉਹਦੇ ਵਿੱਚ ਇਹਨੇ ਲਿਖਿਆ ਕਿ ਇੱਥੇ ਸਾਈਨ ਕਰ ਦਿਓ, ਸਟੈਂਪ ਮਾਰ ਦਿਓ ਕਿ ਮੇਰੀ ਜਨਾਨੀ ਮਰ ਚੁੱਕੀ ਆ। ਠੀਕ ਹੈ ਜੀ। ਉਹ ਕਹਿੰਦੇ ਕਿ ਉਹਨਾਂ ਨੂੰ ਉਸ ਗੱਲ ਤੋਂ ਪਤਾ ਲੱਗ ਗਿਆ ਕਿ ਇਹ ਬੰਦਾ ਝੂਠ ਬੋਲ ਰਿਹਾ, ਕੋਈ ਨਾ ਕੋਈ ਇਹਦੇ ਵਿੱਚ ਰਾਜ ਹੈ, ਅਸੀਂ ਤੇਰੀ ਮਦਦ ਨਹੀਂ ਕਰਨੀ। ਉਹ ਫਿਰ ਬਾਅਦ 'ਚੋਂ ਉਸ ਚੀਜ਼ ਦਾ ਉਹਨੇ ਮੁੱਦਾ ਚੱਕ ਲਿਆ ਜੀ ਪਿੰਡ ਦੇ ਬੰਦੇ ਮੇਰੇ ਨਾਲ ਤੁਰਦੇ ਨਹੀਂ। ਪਿੰਡ ਜੇ ਤੂੰ ਸੱਚਾ ਹੁੰਦਾ
ਤੇ ਉਹ ਜ਼ਰੂਰ ਤੁਰਦੇ। ਉਹਨਾਂ ਨੂੰ ਡਾਊਟ ਕਿਉਂ ਸੀਗਾ ਵੀ ਇਹਦੀ ਪਤਨੀ ਜਿਉਂਦੀ ਹੈ? ਪੰਚਾਇਤ ਨੂੰ ਕਿਉਂ ਸੀਗਾ? ਹੁਣ ਤੁਸੀਂ ਪੰਚਾਇਤ ਦੀ ਗੱਲ ਕੀਤੀ ਹੈ, ਪੰਚਾਇਤ ਨੂੰ ਡਾਊਟ ਕਿਉਂ ਸੀਗਾ ਇਹਦੀ ਪਤਨੀ ਮਰ ਗਈ ਹੈ? ਦੂਜੀ ਗੱਲ, ਜੇ ਡਾਊਟ ਸੀਗਾ ਤੇ ਪੰਚਾਇਤ ਨੇ ਆਪਣੇ ਪੱਧਰ ਤੇ ਐਪਲੀਕੇਸ਼ਨ ਕਿਉਂ ਨਹੀਂ ਦਿੱਤੀ ਉਹਦੇ ਖਿਲਾਫ? ਦੇਖੋ ਜੀ, ਪੰਚਾਇਤ ਮੈਂਬਰ ਨੂੰ ਇਹਨਾਂ ਨੇ ਸੰਮਣ ਨਹੀਂ ਕੀਤੇ। ਐਸਡੀਐਮ ਸਾਹਿਬ ਦੇ ਅਸੀਂ ਆਪ ਖੁਦ ਕਹਿੰਦੇ ਰਹੇ ਹਾਂ, ਬਹੁਤ ਵਾਰੀ ਗੱਲ ਕੀਤੀ ਹੈ। ਦੇਖੋ ਜੀ, ਗੱਲ ਇਦਾਂ ਕਿ ਸਾਨੂੰ ਇਹ ਰਾਹਦਾਰੀਆਂ ਜਾਂ ਕੀ ਹੈ ਕੇਸ ਬਾਰੇ ਸਾਨੂੰ ਇਹੀ ਇਹਨਾਂ ਘੁੰਮੇ ਫਿਰੇ ਨਹੀਂ ਹੈਗੇ। ਅਸੀਂ ਕੋਰਟ ਕਚਹਿਰੀਆਂ 'ਚ ਨਹੀਂ ਘੁੰਮੇ, ਨਾ ਥਾਣੇ ਕਚਹਿਰੀਆਂ 'ਚ ਘੁੰਮੇ, ਸਾਨੂੰ ਨਹੀਂ ਪਤਾ ਕੀ ਹੁੰਦਾ ਕੀ ਨਹੀਂ। ਸਾਨੂੰ ਬੁਲਾਇਆ ਗਿਆ, ਅਸੀਂ ਆਪਣਾ ਪੱਖ ਰੱਖਿਆ, ਜਿੱਥੇ ਵੀ ਸੱਦਿਆ। ਮੇਰਾ ਸਵਾਲ ਇਹ ਸੀਗਾ, ਤੁਸੀਂ ਪੰਚਾਇਤ ਦੀ ਗੱਲ ਕੀਤੀ, ਜੇ ਪੰਚਾਇਤ ਨੂੰ ਕੋਈ ਡਾਊਟਫੁਲ ਲੱਗਦਾ ਪਿੰਡ ਦੇ ਵਿੱਚ ਬੰਦਾ, ਪੰਚਾਇਤ ਆਪਣੇ ਪੱਧਰ ਤੇ ਕੋਈ ਕਾਰਵਾਈ ਨਹੀਂ ਕਰਦੀ? ਪੰਚਾਇਤਾਂ ਦੇ ਕੋਲ ਰਾਈਟ ਹੈ ਕਾਰਵਾਈ ਕਰਨ ਦੇ ਲਈ। ਹੈਗਾ, ਦੇਖੋ ਜੀ, ਰਾਈਟ ਹੈਗਾ, ਪਰ ਕੌਣ ਸਿਰਦਰਦੀ ਲੈਂਦਾ? ਫਿਰ ਤੁਸੀਂ ਹੁਣ ਵੀ ਕਹਿ ਰਹੇ ਹੋ ਵੀ ਕੌਣ, ਫਿਰ ਤਾਂ ਫਿਰ ਗੱਲ ਉਹੀ ਆ ਗਈ ਵੀ ਕੌਣ ਸਿਰਦਰਦੀ ਲੈਂਦਾ। ਹਾਂਜੀ, ਇਹ ਤਾਂ ਤੁਸੀਂ ਹੁਣ ਕਹਿ ਰਹੇ ਵੀ ਕੌਣ ਸਿਰਦਰਦੀ ਲੈਂਦਾ, ਮਤਲਬ ਜੇ ਕੋਈ ਗਲਤ ਹੋਊਗਾ। ਭਾਜੀ ਗੱਲ ਸੁਣੋ, ਇਹਨੇ ਉਹਨਾਂ ਨੂੰ ਕਿਹਾ, ਠੀਕ ਹੈ ਜੀ, ਇਹਨੇ ਉਹਨਾਂ ਨੂੰ ਕਿਹਾ ਕਿ ਇੱਥੇ ਸਾਈਨ ਕਰ ਦਿਓ। ਉਹ ਕਹਿੰਦੇ ਅਸੀਂ ਨਹੀਂ ਕਰਨੇ। ਉਹਨਾਂ ਨੂੰ ਪਤਾ ਲੱਗ ਗਿਆ ਕਿ ਝੂਠਾ ਬੰਦਾ ਹੈ। ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਕਰੋ, ਕਹਿੰਦੇ ਸਾਨੂੰ ਕੋਰਟ ਵੱਲੋਂ ਸੰਮਣ ਆਊਗੇ ਤੇ ਅਸੀਂ ਜ਼ਰੂਰ ਜਾਵਾਂਗੇ। ਉਸ ਤੋਂ ਬਾਅਦ ਆ ਗਿਆ ਕਰੋਨਾ ਜੀ। ਕਰੋਨਾ ਦੇ ਆਉਣ ਤੋਂ ਬਾਅਦ ਚੋਂ ਕੋਈ ਇਸ ਵੇਲੇ ਆ ਤਰੀਕ ਪਈ ਆ, ਹੁਣ ਗਾਹਾਂ ਸ਼ਾਇਦ ਐਸਡੀਐਮ ਸਾਹਿਬ ਸੰਮਣ ਕਰਨਗੇ ਤੇ ਫਿਰ ਪਤਾ ਲੱਗੂਗਾ ਸੱਚਾਈ ਕੀ ਹੈ ਜੀ। ਠੀਕ ਹੈ ਜੀ। ਹੋਰ ਕੁਝ ਭੈਣ ਜੀ, ਤੁਸੀਂ ਹੋਰ ਕੋਈ ਪੱਖ, ਕੋਈ ਫੈਕਟ ਰੱਖਣਾ ਚਾਹੁੰਦੇ ਹੋ ਜਿਹੜਾ ਤੁਹਾਡੇ ਪੱਖ ਦਾ ਜਾਂ ਉਹਨਾਂ ਦੇ ਅਗੇਂਸਟ ਕੁਝ ਵੀ ਹੋਵੇ ਇਸ ਕੇਸ ਨਾਲ ਰਿਲੇਟਡ? ਦੇਖੋ ਭਾਜੀ, ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਨੂੰ ਲੜਕੀ ਦੀ ਮਾਂ ਦਾ ਪਤਾ ਲੱਗ ਜਵੇ ਤੇ ਸਾਡਾ ਇਹ ਮਸਲਾ ਖਤਮ ਹੋ ਸਕਦਾ। ਠੀਕ ਹੈ ਜੀ। ਬਾਕੀ ਤੁਸੀਂ ਆਪ ਜਾਣ ਲਿਆ ਸਾਡਾ ਪੱਖ, ਉਹਨਾਂ ਦਾ ਵੀ ਜਾਣ ਲਿਆ ਕਿੰਨੀ ਕਿ ਸੱਚਾਈ ਹੈ, ਕਿੰਨੀ ਕਿ ਇਹ 'ਚ ਝੂਠ ਆ। ਠੀਕ ਹੈ ਜੀ। ਬਾਕੀ ਇਦਾਂ ਆ ਕਿ ਜਿਹੜੇ ਭੈਣ ਭਰਾ ਸਾਨੂੰ ਦੇਖੋ ਬਹੁਤ ਮਾੜੀਆਂ ਗੱਲਾਂ ਕਮੈਂਟ ਆਏ ਆ, ਬਹੁਤ ਕੁਝ ਕਿਹਾ ਗਿਆ, ਪਰ ਉਹਨਾਂ ਨੂੰ ਸੱਚਾਈ ਦਾ ਨਹੀਂ ਪਤਾ। ਦੇਖੋ ਉਹ ਅੱਜ ਇਹ ਵੀਡੀਓ ਦੇਖ ਕੇ ਜਾਣਨ ਲੱਗੇ ਆ। ਅਸੀਂ 3.5 ਸਾਲ ਤੋਂ ਉਸ ਪਰਿਵਾਰ ਦੇ ਨਾਲ ਆਉਣਾ ਜਾਣਾ, ਉਹਨਾਂ ਨੂੰ ਨਹੀਂ ਪਤਾ ਰੇਖਾ ਰਾਣੀ ਕੌਣ ਆ। ਜਿਹੜੇ ਥੱਲੇ ਕਮੈਂਟ ਕਰਦੇ ਉਹਨਾਂ ਨੂੰ ਕੱਖ ਨਹੀਂ ਪਤਾ ਰੇਖਾ ਰਾਣੀ ਕੌਣ ਆ, ਕਿ ਇਹਨਾਂ ਦਾ ਸਾਡੇ ਨਾਲ ਕੀ ਰਿਸ਼ਤਾ ਸੀ। ਠੀਕ ਹੈ ਜੀ। ਉਸ ਕਰਕੇ ਮੈਂ ਉਹ ਭਰਾ ਭੈਣਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਪਹਿਲਾਂ ਸੱਚਾਈ ਜਾਣੋ, ਤੁਹਾਨੂੰ ਪਤਾ ਲੱਗੇ, ਫਿਰ ਤੁਸੀਂ ਉਸ ਚੀਜ਼ ਦਾ। ਆਖਰੀ ਸਵਾਲ ਲਵਾਂਗਾ ਤੁਹਾਡੇ ਤੋਂ, ਠੀਕ ਹੈ, ਤੁਸੀਂ ਅਪੀਲ ਵੀ ਕਰ ਲਈ। ਜਦੋਂ ਕੁੜੀ ਮਿਸ ਹੋਈ ਸੀਗੀ, ਹਾਂਜੀ, ਤੁਸੀਂ ਵਿੱਚ ਇੱਕ ਜ਼ਿੰਮੇਵਾਰੀ ਨਿਭਾਈ ਸੀਗੀ ਕੁੜੀ ਨੂੰ ਉੱਥੋਂ ਕੰਮ ਦਬਾਉਣ ਦੇ ਵਿੱਚ, ਚਾਹੇ ਤੁਸੀਂ ਭਲਾ ਹੀ ਸੋਚਿਆ ਉਦੋਂ, ਠੀਕ ਹੈ ਨਾ, ਤੁਸੀਂ ਭਲਾ ਹੀ ਸੋਚਿਆ। ਜਦੋਂ ਕੁੜੀ ਮਿਸ ਹੋ ਗਈ, ਤੁਹਾਡੇ ਤੱਕ ਖਬਰ ਪਹੁੰਚੀ, ਤੁਸੀਂ ਕੋਈ ਭਾਲ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕੋਈ ਐਪਲੀਕੇਸ਼ਨ ਜਾਂ? ਦੇਖੋ ਭਾਜੀ, ਗੱਲ ਇਦਾਂ ਕਿ ਜਦੋਂ ਕੁੜੀ ਇਹਨਾਂ ਦੇ ਸਿਸਟਰ ਉਹਨਾਂ ਦੇ ਘਰੋਂ ਗਈ ਆ ਤੇ ਇਹਨਾਂ ਨੇ ਜਦੋਂ ਮੇਰੇ ਨਾਲ ਵਾਸਤਾ ਕੀਤਾ ਕਿ ਇਦਾਂ ਦਾ ਕਰਕੇ ਪ੍ਰਦੀਪ ਇਹ ਗੱਲ ਹੋ ਗਈ ਆ, ਮੈਂ ਸਿਸਟਰ ਦੇ ਨਾਲ ਪਿੰਡ ਰੋਜੜੀ, ਠੀਕ ਹੈ ਜੀ, ਹੋਰ ਲਾਗੇ ਛਾਗੇ ਜਿੱਥੇ ਜਿੱਥੇ ਸਾਨੂੰ ਕਿਸੇ ਬੰਦੇ ਨੇ ਦੱਸਿਆ ਸੀ ਉੱਥੇ ਉੱਥੇ ਪਹੁੰਚੇ, ਫਲੋਰ ਪਹੁੰਚੇ ਜੀ। ਉਸ ਤੋਂ ਬਾਅਦ ਚੋਂ ਅਸੀਂ ਬਹੁਤ ਕੋਸ਼ਿਸ਼ ਕੀਤੀ ਲੱਭਣ ਦੀ ਵੀਰ ਜੀ। ਅਸੀਂ ਦੇਖੋ ਸਾਨੂੰ ਪਰੇਸ਼ਾਨੀ ਪਈ ਤੇ ਅਸੀਂ ਭੱਜ ਦੌੜ ਕੀਤੀ। ਕੰਪਲੇਂਟ ਨਹੀਂ ਦਿੱਤੀ ਤੁਸੀਂ ਉਦੋਂ ਕੋਈ? ਭਾਜੀ ਦੇਖੋ ਕੰਪਲੇਂਟ ਸਾਨੂੰ, ਮੇਰੀ ਗੱਲ ਸੁਣੋ, ਜੇ ਅਸੀਂ ਮਿਸਿੰਗ ਦੀ ਦੇਖੋ ਅਸੀਂ ਦੇਣੀ ਸੀ ਭਾਜੀ। ਅਸੀਂ ਤੁਸੀਂ ਜਿੱਦਾਂ ਭੈਣ ਜੀ ਉਹਨਾਂ ਦੇ ਕੋਲ ਰਹਿੰਦੇ ਸੀ, ਤੁਸੀਂ ਛੱਡ ਕੇ ਆਏ ਸੀਗੇ, ਹਨਾ, ਜਦੋਂ ਜਿਹਦੇ ਘਰੋਂ ਜਾਊਗਾ ਬੰਦਾ ਉਹੀ ਕਹੂਗਾ ਨਾ ਜੀ। ਮੇਰੀ ਗੱਲ ਸੁਣੋ, ਸਾਨੂੰ ਜੇ ਪਤਾ ਹੀ ਨਹੀਂ, ਸਾਡੇ ਉੱਤੇ ਅਰੈਸਟ ਉਹ ਆ ਗਏ ਆ ਜੀ, ਘਰ ਦੇ ਸਰਚ ਵਾਰੰਟ ਆ ਗਏ ਆ, ਕੰਪਲੀਟ, ਅਸੀਂ ਇਹ ਤੇ ਆਪਣੇ ਘਰ ਬੈਠੇ ਆ, ਇਹਨਾਂ ਨੂੰ ਕੁਝ ਪਤਾ ਹੀ ਨਹੀਂ। ਜਾਂ ਤੇ ਉਸ ਬੰਦੇ ਨੇ ਵਾਸਤਾ ਕੀਤਾ ਹੁੰਦਾ ਕਿ ਵੀ ਕੁੜੀ ਦੇਖੋ ਰੱਖੜੀਆਂ ਤੇ ਨਹੀਂ ਪਹੁੰਚੀ, ਉਹ ਗੱਲ ਕਰਨ ਵਾਲਾ ਬਣਦਾ ਸੀ ਕਿ ਹਾਂ ਵੀ ਕੁੜੀ ਰੱਖੜੀਆਂ ਤੇ ਮੈਨੂੰ ਕਿਉਂ ਨਹੀਂ ਤੁਸੀਂ ਭੇਜੀ। ਦੂਏ ਤੀਏ ਦਿਨ ਆਉਂਦਾ ਸੀ, ਉਸੇ ਵੇਲੇ ਆਪਾਂ ਭੱਜ ਦੌੜ ਕਰਦੇ। 15 ਦਿਨਾਂ ਬਾਅਦ ਉਹ ਇਹ ਕੰਪਲੀਟ ਦੇ ਰਿਹਾ, ਸਿੱਧੀ ਕੰਪਲੀਟ ਪਲਾਨ ਦੇ ਨਾਲ ਸਿੱਧੀ ਕੰਪਲੀਟ ਦੇ ਰਿਹਾ। ਭੈਣ ਜੀ ਉਹਨਾਂ ਨੇ ਜਿਵੇਂ ਗੱਲ ਸੁਣਾਈ ਹੈ ਸਾਰੀ, ਹੈ ਨਾ। ਅੱਛਾ ਭੈਣ ਜੀ, ਮੈਂ ਤੁਹਾਡੇ ਤੋਂ ਮੈਂ ਦੱਸਦਾ ਕਿ ਇਹ ਕਹਿੰਦੇ ਕਿ ਇਹਨਾਂ ਨੇ ਜਦੋਂ ਇਹ ਆਪਣੇ ਭੁੱਲ ਗਈ ਗੱਲ ਮੈਨੂੰ। ਚਲੋ ਭੈਣ ਜੀ, ਤੁਹਾਡੇ ਤੋਂ ਮੈਂ ਜਾਣਨਾ ਚਾਹੂੰਗਾ, ਆਖਰੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਆਪਣੇ ਪੱਖ 'ਚ, ਕੋਈ ਫੈਕਟ, ਕੋਈ ਕੁਝ ਵੀ ਕਹਿਣਾ ਚਾਹੁੰਦੇ ਹੋ, ਕਿਉਂਕਿ ਅੱਜ ਤੁਹਾਡੇ ਕੋਲ ਪਲੇਟਫਾਰਮ ਹੈ। ਜੀ ਸਰ, ਮੈਂ ਕਹਿਣਾ ਚਾਹੁੰਦੀ ਹਾਂ, ਮੈਂ ਬੇਨਤੀ ਕਰਦੀ ਹਾਂ ਕਿ ਲੜਕੀ ਦੀ ਮਦਰ ਦਾ ਪਤਾ ਲੱਗ ਜਾਵੇ, ਕਿਉਂਕਿ ਮੈਂ ਉਹਨੂੰ ਹਰ ਥਾਂ ਉਹਦੀ ਮਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਆ ਕਿ ਲੜਕੀ ਹੋ ਸਕਦਾ ਆਪਣੀ ਮਾਂ ਦੇ ਕੋਲ ਹੋਵੇ। ਇਹ ਕਹਿੰਦਾ ਮਰ ਗਈ ਆ, ਉਹ ਜਨਾਨੀ ਮਰੀ ਨਹੀਂ ਹੈਗੀ, ਜਿੰਦੀ ਆ। ਜਿਹੜਾ ਵੀ ਕੋਈ ਮੇਰਾ ਭੈਣ ਭਰਾ ਸੁਣਦਾ ਆ, ਜੇ ਕਿਤੇ ਜਨਾਨੀ ਮਿਲ ਜਾਂਦੀ ਆ, ਉਹਦੀ ਤੀਵੀਂ ਦਾ ਮੈਨੂੰ ਪਤਾ ਲੱਗ ਜਾਂਦਾ, ਮੈਨੂੰ ਕੋਈ ਪਤਾ ਹੀ ਦੇ ਦੇਵੇ ਕਿੱਥੇ ਆ, ਮੈਂ 50,000 ਰੁਪਇਆ ਇਨਾਮ ਵਜੋਂ ਦਊਂਗੀ। ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਪੱਖ ਵੀ ਰੱਖਿਆ, ਕਹਿਣਾ ਚਾਹੁੰਦੇ ਕੋਈ? ਜੀ ਹਾਂਜੀ ਭਾਜੀ, ਇਸ ਤਰ੍ਹਾਂ ਆ ਕਿ ਜਦੋਂ ਮੈਨੂੰ ਉਹ ਇੱਕ ਡੈਰੀ 'ਚ ਕੰਮ ਕਰਦੀ, ਜਦੋਂ ਪਹਿਲਾਂ ਇਹਨੇ ਕੁੱਟ ਮਾਰ ਕੇ ਕੱਢ ਦਿੱਤੀ ਸੀ, ਸੌਂਪਾਂ ਨੇ ਕੱਢ ਦਿੱਤੀ ਸੀਗੀ, ਉਸ ਵੇਲੇ ਇਹ ਥੋੜਾ ਜਿਹਾ ਸ਼ਰਾਬ ਪੀਣ ਦਾ ਆਦੀ ਆ, ਦਿਖਾ ਰਿਹਾ ਕਿ ਛੱਤ ਹੈ ਨਹੀਂ ਗੀ, 4 ਜਣੇ ਘਰ 'ਚ ਕਮਾਉਣ ਵਾਲੇ। ਇਹ ਸਾਰੀਆਂ ਗੱਲਾਂ ਤੁਸੀਂ ਪਹਿਲਾਂ ਵੀ ਦੱਸ ਚੁੱਕੇ ਆ, ਜੇ ਅੱਗੇ ਕੋਈ ਫੈਕਟ ਦੱਸਣਾ ਚਾਹੁੰਦੇ ਆ ਤਾਂ ਦੱਸ ਦਿਓ। ਤੇ ਉਹ ਜਿੱਥੇ ਉਹ ਕੰਮ ਕਰਦੀ ਸੀਗੀ, ਉਹ ਵਿਚਾਰੀ ਗੋਹਾ ਕੂੜਾ ਕਰਦੀ ਸੀਗੀ, ਉਹ ਜਦੋਂ ਪਹਿਲਾਂ ਗਈ ਆ ਤੇ ਅਸੀਂ ਉਹਨੂੰ ਇੱਕ ਡੈਰੀ 'ਚ ਲੱਗੀ ਹੋਈ ਸੀ, ਡੈਰੀ 'ਚ ਕੰਮ ਕਰਦੀ ਸੀਗੀ, ਤੇ ਉੱਥੇ ਵੀ ਜਾ ਕੇ ਆਏ ਆ, 2-3 ਵਾਰ ਜਾ ਕੇ ਆਏ ਆ। ਮਤਲਬ ਕਿ ਅਸੀਂ ਉਹਨਾਂ ਨਾਲ ਕੰਟੈਕਟ ਕੀਤਾ, ਕਹਿੰਦੇ ਜੀ ਜਦੋਂ ਸਾਡੇ ਘਰੋਂ ਜਦੋਂ ਚਲੀ ਗਈ ਸੀ ਦੁਬਾਰਾ ਇੱਥੇ ਆਈ ਨਹੀਂ।
ਉਦੋਂ ਨਾਨਕਿਆਂ ਦੇ ਰਹਿੰਦੀ ਸੀ। ਉਹ ਰੇਖਾ ਜਿਹੜੀ ਆ ਕੁੜੀ ਦੀ ਮੰਮੀ ਉਹ ਉੱਥੇ ਰਹਿੰਦੀ ਸੀ। ਹੁਣ ਜਦੋਂ ਕਿਤੇ ਉਹ ਰੇਖਾ ਮਿਲ ਜਾਂਦੀ ਆ, ਤੁਸੀਂ ਸਾਰਾ ਕਿ ਕੋਈ ਨਵਾਂ ਮੋੜ ਆ ਸਕਦਾ ਹੈ ਜੋ ਹਾਂ। ਗੱਲਬਾਤ ਕਰਨ ਲਈ ਧੰਨਵਾਦ। ਮਿਹਰਬਾਨੀ ਜੀ। ਤੇ ਇਹ ਸੀ ਉਹ ਮਹਿਲਾ ਤੇ ਉਹਨਾਂ ਦਾ ਭਰਾ ਜਿਨ੍ਹਾਂ ਦੇ ਉੱਤੇ ਗੰਭੀਰ ਇਲਜ਼ਾਮ ਬੀਤੇ ਦਿਨੀ ਇੱਕ ਖਬਰ ਦੇ ਵਿੱਚ ਲੱਗੇ ਸੀ ਵੀ ਉਹਨਾਂ ਦੀ ਧੀ ਇਹਨਾਂ ਦੇ ਕੋਲ ਕੰਮ ਕਰਦੀ ਸੀ, ਪਰ ਇਹਨਾਂ ਦੇ ਵੱਲੋਂ ਸ਼ਾਇਦ ਇਹ ਇਲਜ਼ਾਮ ਸੀਗੇ ਵੀ ਇਹਨਾਂ ਨੇ ਲੁਕੋ ਦਿੱਤੀ ਹੈ। ਇੱਥੋਂ ਤੱਕ ਕਿ ਇਹ ਵੀ ਕਹਿ ਦਿੱਤਾ ਗਿਆ ਸੀਗਾ ਵੀ ਸ਼ਾਇਦ ਸਾਨੂੰ ਇਹ ਵੀ ਨਹੀਂ ਪਤਾ ਸੀ ਵੀ ਮਰ ਗਈ ਹੈ ਜਾਂ ਜਿਉਂਦੀ ਹੈ। ਤਾਂ ਇਹਨਾਂ ਨੇ ਆਪਣੇ ਉੱਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ ਔਰ ਇਹ ਵੀ ਕਿਹਾ ਹੈ ਵੀ ਇਸ ਪੂਰੇ ਸਾਜ਼ਿਸ਼ ਦੱਸਿਆ ਗਿਆ ਹੈ ਇਸ ਨੂੰ, ਔਰ ਇਹ ਕਿਹਾ ਵੀ ਇਸ ਸਾਜ਼ਿਸ਼ ਦੇ ਪਿੱਛੇ ਕੋਈ ਸ਼ਖਸ ਹੈ ਜਿਹੜਾ ਪੂਰਾ ਦਬਾਅ ਉਸ ਪਰਿਵਾਰ ਦੇ ਉੱਤੇ ਪਾ ਰਿਹਾ, ਉਸ ਸੋਮਪਾਲ ਨਾਂ ਦੇ ਸ਼ਖਸ ਨੂੰ ਜਿਹੜਾ ਮੋਹਰਾ ਬਣਾ ਕੇ ਅੱਗੇ ਕੀਤਾ ਜਾ ਰਿਹਾ ਔਰ ਸਾਡੇ ਨਾਲ ਕਿੜ ਕੱਢੀ ਜਾ ਰਹੀ ਹੈ, ਦੁਸ਼ਮਣੀ ਕੱਢੀ ਜਾ ਰਹੀ ਹੈ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ ਟੀਵੀ। ਹਾਲਾਂਕਿ ਮੈਂ ਇੱਕ ਗੱਲ ਹੋਰ ਤੁਹਾਨੂੰ ਦੁਬਾਰਾ ਕਰ ਦੇਵਾਂ ਵੀ ਜੇਕਰ ਤੁਸੀਂ ਵੀ ਕੋਈ ਸੁਝਾਅ ਜਾਂ ਇਹਨਾਂ ਦਾ ਪੱਖ ਸੁਣਨ ਤੋਂ ਬਾਅਦ ਕੋਈ ਆਪਣਾ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਜਾਂ ਸਾਡੇ ਨਾਲ ਰਾਬਤਾ ਕਾਇਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਨੰਬਰ ਦੇ ਦਿਓ ਜਾਂ ਸਾਡੇ ਚੈਨਲ ਦੇ ਉੱਤੇ ਸੰਪਰਕ ਕਰਕੇ ਸਾਡੇ ਨਾਲ ਸੰਪਰਕ ਕਰ ਦਿੱਤਾ ਜਾਵੇ ਤਾਂ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਰਾਬਤਾ ਕਾਇਮ ਕਰਕੇ ਤੁਹਾਡਾ ਵੀ ਪੱਖ ਜਾਣਨ ਦੀ। ਤਾਂ ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ ਟੀਵੀ, ਜਲੰਧਰ।